ਉਹਦੇ ਲਈ ਅਸੀਂ ਤੁਹਾਡੇ ਕੋਲ ਸਾਰੇ ਆਪਣੇ ਦਰਸ਼ਕਾਂ ਕੋਲ ਮਾਫੀ ਚਾਹੁੰਦੇ ਹਾਂ। ਸੁਸ਼ੀਲ ਦਸਾਂਝ ਜੀ ਮੇਰੇ ਨਾਲ ਦੁਬਾਰਾ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਸਾਂਝ ਸਾਹਿਬ, ਆਪਾਂ ਗਦਰੀ ਬਾਬਿਆਂ ਨੂੰ ਯਾਦ ਕਰ ਰਹੇ ਸੀਗੇ। ਸ਼ਹੀਦ ਕਰਤਾਰ ਸਿੰਘ ਸਰਾਭਾ ਹਰਾਂ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ। ਆਪਣੇ ਇਸ ਪ੍ਰੋਗਰਾਮ 'ਚ ਉਹਨਾਂ ਨੂੰ ਯਾਦ ਕਰਦੇ ਹਾਂ ਜੀ ਇੱਕ ਵਾਰੀ ਫਿਰ ਦੁਬਾਰਾ। जी जी बिल्कुल। ਅਸੀਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਕਿ ਟੈਕਨੀਕਲੀ ਥੋੜੀ ਦਿੱਕਤ ਆ ਰਹੀ ਹੈ, ਉਹਦੇ ਲਈ ਮਾਫੀ ਮੰਗਦੇ ਹਾਂ। ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਯਾਦ ਕਰਦੇ ਹਾਂ। ਮੈਂ ਇੱਕੋ ਗੱਲ ਇਹਦੇ 'ਚ ਕਰਨੀ ਹੈ, ਕਿਉਂਕਿ ਤੁਸੀਂ ਪਹਿਲਾਂ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਹੋਰਾਂ ਨਾਲ ਲੰਬੀ ਗੱਲਬਾਤ ਇਹਦੇ ਤੇ ਕਰ ਚੁੱਕੇ ਹੋ। ਤੇ ਮੇਰਾ ਮੰਨਣਾ ਇਹ ਹੈ ਕਿ ਅੱਜ ਦਾ ਜਿਹੜਾ ਦੌਰ ਹੈ, ਜਿਹੜੇ ਵਕਤਾਂ 'ਚੋਂ ਅਸੀਂ ਲੰਘ ਰਹੇ ਹਾਂ, ਤੇ ਅੱਜ ਸ਼ਾਇਦ ਸਾਨੂੰ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ, ਨੀਝ ਦੇ ਨਾਲ ਤੇ ਨਾਲ ਦੀ ਨਾਲ ਸਮਰਪਣ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਜਿਹੜਾ ਪੂਰੇ ਦਾ ਪੂਰਾ ਜੀਵਨ ਹੈ, ਉਹਨੂੰ ਦੁਬਾਰਾ ਪੜ੍ਹਨ ਦੀ ਜ਼ਰੂਰਤ ਹੈ। ਤੇ ਨਾਲ ਦੀ ਨਾਲ ਜਿਹੜਾ ਇੱਕ ਬਾਰ-ਬਾਰ ਕਈ ਵਾਰ ਕੁਝ ਤਾਕਤਾਂ ਨੇ ਇਸ ਕਿਸਮ ਦੀਆਂ ਜਿਹੜੀਆਂ ਸਾਡੇ ਨਾਇਕਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕਰਦੀਆਂ। ਕਈ ਵਾਰ ਭਗਤ ਸਿੰਘ ਹੋਰਾਂ ਨੂੰ ਕਰਤਾਰ ਸਿੰਘ ਸਰਾਭੇ ਦੇ ਬਰਾਬਰ ਰੱਖ ਕੇ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਜਿਵੇਂ ਸ਼ਾਇਦ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਜਾਣ-ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਤੇ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਹੋਰਾਂ ਨੂੰ ਜ਼ਿਆਦਾ ਵੇਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦਾ ਜਿਹੜਾ ਇੱਕ ਪਾੜ ਜਿਹਾ ਪਾਉਣ ਦੀ ਕੋਸ਼ਿਸ਼ ਹੈ, ਅਸਲ ਦੇ ਵਿੱਚ ਸਾਡੇ ਜਿਹੜੇ ਨਾਇਕ ਨੇ ਉਹਨਾਂ ਨਾਇਕਾਂ ਦੀ ਜਿਹੜੀ ਭੂਮਿਕਾ ਰਹੀ ਹੈ ਉਹਨੂੰ ਕਿਤੇ ਨਾ ਕਿਤੇ ਧੁੰਦਲਾ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ। ਤੇ ਮੈਂ ਸਮਝਦਾ ਕਿ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਹੋਰੀ ਇੱਕੋ ਇੱਕ ਵਾਹਿਦ ਸਾਡੇ ਨਾਇਕ ਨੇ ਜਿਨ੍ਹਾਂ ਨੇ ਆਪਣੇ ਤੋਂ ਪਹਿਲੇ ਇਨਕਲਾਬੀ ਕਰਤਾਰ ਸਿੰਘ ਸਰਾਭਾ ਹੋਰਾਂ ਤੋਂ ਪ੍ਰੇਰਣਾ ਲੈ ਕੇ ਹੀ ਆਪਣਾ ਜੀਵਨ ਅੱਗੇ ਤੋਰਿਆ ਸੀ। ਤੇ ਸ਼ਾਇਦ ਦੁਨੀਆ 'ਚ ਇੱਕੋ ਇੱਕ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਹੋਰਾਂ ਨੇ ਕਰਤਾਰ ਸਿੰਘ ਸਰਾਭਾ ਦਾ ਰੇਖਾ ਚਿੱਤਰ ਲਿਖਿਆ ਤੇ ਉਹਨੂੰ ਆਪਣਾ ਨਾਇਕ ਮੰਨਿਆ। ਤੇ ਜਿਹੜੇ ਇਨਕਲਾਬੀ ਸਾਡੇ ਇਸ ਤਰ੍ਹਾਂ ਦੇ ਨਾਇਕ ਨੇ, ਉਹਨਾਂ ਦੀ ਇਹ ਜਿਹੜੀ ਇਕਮਿਕਤਾ ਆ ਜਾਂ ਉਹਨਾਂ ਦੀ ਜਿਹੜੀ ਇਹ ਸਾਂਝ ਹੈ, ਉਹਨੂੰ ਸ਼ਾਇਦ ਅੱਜ ਹੋਰ ਜ਼ਿਆਦਾ ਕਹਿ ਲਓ ਤਰੱਦਦ ਦੇ ਨਾਲ ਪੀੜਾ ਕਰਨ ਦੀ ਜ਼ਰੂਰਤ ਹੈ, ਖਾਸ ਤੌਰ ਤੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ, ਜਿਹਦੀ ਪ੍ਰੇਰਣਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋਰ ਜ਼ਿਆਦਾ ਜਨ ਅੰਦੋਲਨ ਜਿਹੜੇ ਉੱਭਰਦੇ ਆ। ਤੇ ਇਸ ਤਰ੍ਹਾਂ ਦੀ ਜਨ ਅੰਦੋਲਨਾਂ ਦੇ ਵਿੱਚ ਸਾਡੇ ਇਹਨਾਂ ਨਾਇਕਾਂ ਨੂੰ ਕੇਵਲ ਯਾਦ ਕਰਨਾ ਹੀ ਕਾਫੀ ਨਹੀਂ ਹੈ, ਸਗੋਂ ਉਹਨਾਂ ਦੀ ਜਿਹੜੀ ਭੂਮਿਕਾ ਰਹੀ ਹੈ ਕਰਤਾਰ ਸਿੰਘ ਸਰਾਭਾ ਹੋਰਾਂ ਦੀ, ਵਿਸ਼ੇਸ਼ ਤੌਰ ਦੇ ਉੱਤੇ ਗਦਰ ਮੂਵਮੈਂਟ ਦੇ ਵਿੱਚ, ਉਹਦਾ ਪੁਨਰ ਮੁਲੰਕਣ ਕਰਨ ਦੀ ਵੀ ਜ਼ਰੂਰਤ ਹੈ। ਅਸੀਂ ਵੀ ਪੰਜਾਬੀ ਦੁਨੀਆ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਅੱਜ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ, ਉੱਥੇ ਜਿਹੜੀ ਉਹਨਾਂ ਦੀ ਇਹ ਭੂਮਿਕਾ ਆ ਉਹਨੂੰ ਫੇਰ ਤੋਂ ਉਹਦਾ ਪੁਨਰ ਮੁਲੰਕਣ ਕਰਕੇ ਅੱਗੇ ਤੁਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈ, ਉਹਦੇ ਵਿੱਚ ਵੀ ਆਪਣਾ ਯਤਨ ਜਿੰਨਾ ਕੁ ਅਸੀਂ ਪਾ ਸਕਦੇ ਹਾਂ, ਕੋਸ਼ਿਸ਼ ਕਰ ਸਕਦੇ ਹਾਂ, ਉਹ ਕਰ ਰਹੇ ਹਾਂ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਦੂਜੀ ਖਬਰ ਆਪਾਂ ਕਰ ਰਹੇ ਸੀ ਗੱਲਬਾਤ ਕਰੋਨਾ ਦੀ, ਜਿਹੜੀ ਸਾਡੀ ਲਾਈਨ ਕੱਟੀ ਗਈ ਤੇ ਕਰੋਨਾ ਦੀ ਜਿਹੜੀ ਮਾਰ ਹੈ ਉਹ ਲਗਾਤਾਰ ਜਾਰੀ ਆ। ਕਿਹਾ ਜਾ ਰਿਹਾ ਸੀ ਕਿ ਕੁਝ ਕੁ ਮੱਠੀ ਪਈ ਆ, ਪਰ ਜਿਹੜੇ ਅੰਕੜੇ ਫੇਰ ਆ ਰਹੇ ਆ ਕਿ 3 ਲੱਖ ਤੋਂ ਪਾਰ ਫੇਰ ਅੱਜ ਨਜ਼ਰ ਆ ਰਹੀ ਆ ਤੇ 2,22,000 ਨਵੇਂ ਮਰੀਜ਼ ਜਿਹੜੇ ਆ ਉਹ ਆਏ ਨੇ ਤੇ 3 ਲੱਖ ਤੋਂ ਜ਼ਿਆਦਾ ਠੀਕ ਵੀ ਹੋਏ। ਚਲੋ ਉਹ ਚੰਗੀ ਗੱਲ ਹੈ, ਪਰ ਅਜੇ ਕਰੋਨਾ ਤੋਂ ਪੂਰੀ ਤਰ੍ਹਾਂ ਖਹਿੜਾ ਸਾਡਾ ਲੱਗਦਾ ਛੁੱਟਿਆ ਨਹੀਂ। ਤੇ ਨਾਲ ਦੀ ਨਾਲ ਆ ਰਿਹਾ ਸੀਗਾ ਕਿ ਬਲੈਕ ਫੰਗਸ ਆ ਗਈ ਤੇ ਹੁਣ ਯੈਲੋ ਫੰਗਸ ਤੇ ਵਾਈਟ ਫੰਗਸ ਨਾਂ ਦੀ ਕੋਈ ਨਵੇਂ ਵਾਇਰਸ ਜਿਹੜੇ ਆ ਉਹਨਾਂ ਦੀ ਵੀ ਆਮਦ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਜੀ। ਗਿੱਲ ਸਾਹਿਬ, ਏਦਾਂ ਆ, ਮੈਂ ਇਹਦੇ 'ਚ 2-3 ਗੱਲਾਂ ਕਰਨੀਆਂ ਚਾਹੁੰਦਾ। ਨੰਬਰ 1 ਤਾਂ ਇਹ ਹੈ ਵੀ ਇਹ ਠੀਕ ਹੈ ਕਿ ਕਰੋਨਾ ਵਾਇਰਸ ਦੇ ਜਿਹੜੇ ਰੈਗੂਲਰ ਪੇਸ਼ੈਂਟ ਨੇ ਉਹ ਘੱਟਦੇ ਨਜ਼ਰ ਆ ਰਹੇ ਨੇ, ਪਰ ਇਹਦੇ 'ਚ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਅੰਕੜਿਆਂ ਦੀ ਇੱਕ ਖੇਡ ਵੀ ਇਹਦੇ ਪਿੱਛੇ ਕੰਮ ਕਰ ਰਹੀ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ, ਜਿਸ ਪੱਧਰ ਦੇ ਉੱਤੇ ਭਾਰਤ ਸਰਕਾਰ ਦੀ ਬਦਨਾਮੀ ਹੋਈ ਹੈ ਇਹਨਾਂ ਮਾਮਲਿਆਂ 'ਚ, ਸ਼ਾਇਦ ਕੁਝ ਅੰਕੜੇ ਜਿਹੜੇ ਲੁਕੋਏ ਜਾ ਰਹੇ ਆ। ਇਹ ਦੁਨੀਆ ਭਰ ਜਿਹੜੇ ਬੈਠੇ ਕੁਝ ਐਕਸਪਰਟ ਨੇ ਉਹਨਾਂ ਨੇ ਤਾਂ ਕਿਹਾ, ਚਲੋ ਉਹਦੀ ਗੱਲ ਅਸੀਂ ਪਿੱਛੇ ਵੀ ਛੱਡ ਦਈਏ, ਪਰ ਭਾਰਤ ਦੀ ਆਪਣੀ ਸਰਕਾਰ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਕੁਝ ਦਿਨ ਪਹਿਲਾਂ ਜਿਵੇਂ ਆਪਣੀਆਂ ਹੀ ਸੂਬਾਈ ਸਰਕਾਰਾਂ ਨੂੰ ਕਿਹਾ ਕਿ ਤੁਸੀਂ ਅੰਕੜੇ ਸਹੀ ਨਹੀਂ ਦੇ ਰਹੇ ਤੇ ਅੰਕੜੇ ਦਰੁਸਤ ਜਿਹੜੇ ਆ ਉਹ ਭੇਜੇ ਜਾਣੇ ਚਾਹੀਦੇ ਆ। ਤੇ ਉਹਦੇ 'ਚ ਮੈਂ ਇਹ ਅਕਸਰ ਗੱਲ ਕਰਦਾ ਕਿ ਭਾਰਤ ਦੇ ਵਿੱਚ 18-19 ਸੂਬੇ ਆ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਿੱਧੀ ਸਰਕਾਰ ਹੈ,
ਜਾਂ ਤਾਂ ਇਕੱਲੇ ਤੌਰ ਤੇ ਬਹੁਮਤ ਹੈ ਜਾਂ ਫਿਰ ਕੁਝ ਐਨਡੀਏ ਦੇ ਜਿਹੜੇ ਸਹਿਯੋਗੀ ਦਲ ਹੈ ਉਹਨਾਂ ਨਾਲ ਮਿਲ ਕੇ ਉਹਨਾਂ ਦੀਆਂ ਸਰਕਾਰਾਂ ਹੈ। ਇਹਦਾ ਭਾਵ ਤਾਂ ਇਹ ਹੋਇਆ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਵਾਈ ਲੀਡਰਸ਼ਿਪ ਹੈ ਵੱਖ-ਵੱਖ ਸੂਬਿਆਂ ਦੇ ਵਿੱਚ, ਉਹ ਵੀ ਆਪਣੀ ਹੀ ਸਰਕਾਰ ਜਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਬਿਹਤਰ ਤਾਲਮੇਲ 'ਚ ਨਹੀਂ ਹੈ ਜਾਂ ਇੱਕ ਦੂਜੇ ਨੂੰ ਝੂਠ ਬੋਲਦੇ ਆ। ਸੋ ਇੱਕ ਗੱਲ ਤਾਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਜਿਹੜੇ ਅੰਕੜੇ ਦਿਖਾਏ ਜਾ ਰਹੇ ਆ ਵੀ ਲਗਾਤਾਰ ਜਿਹੜੇ ਟੈਸਟ ਜਿਹੜੇ ਦੱਸਿਆ ਜਾ ਰਿਹਾ ਕਿ 20 ਲੱਖ ਤੋਂ ਉੱਪਰ ਹੋ ਰਹੇ ਆ, ਪਰ ਪੇਸ਼ੈਂਟ ਜਿਹੜੇ ਆ ਉਹ ਜਿਹੜੇ 4,14,000 ਤੱਕ ਪਹੁੰਚ ਗਏ ਸੀ, ਉਹ ਘਟਦੇ 2.5 ਲੱਖ ਤੋਂ ਥੱਲੇ ਆ ਗਏ ਆ। ਵੀ ਹੋ ਸਕਦਾ ਵੀ ਜਾਂ ਤਾਂ ਟੈਸਟਿੰਗ ਬਾਰੇ ਝੂਠ ਬੋਲਿਆ ਜਾ ਰਿਹਾ ਕਿ ਟੈਸਟਿੰਗ ਜਿਹੜੀ ਇੰਨੀ ਹੋ ਰਹੀ ਹੈ, ਜਾਂ ਤਾਂ ਟੈਸਟਿੰਗ ਘੱਟ ਹੋ ਰਹੀ ਹੈ ਤੇ 20 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਰੋਜ਼ਾਨਾ ਟੈਸਟਿੰਗ, ਜਾਂ ਤਾਂ ਟੈਸਟਿੰਗ 15 ਲੱਖ ਤੋਂ ਹੇਠਾਂ ਹੋ ਰਹੀ ਹੈ, ਜਾਂ ਫਿਰ ਜਿਹੜੇ ਪੇਸ਼ੈਂਟ ਆ ਰਹੇ ਨੇ ਰੈਗੂਲਰ ਉਹਨਾਂ ਦੀ ਜਿਹੜੀ ਗਿਣਤੀ ਹੈ ਲੁਕੋਈ ਜਾ ਰਹੀ ਹੈ ਦੁਨੀਆ 'ਚ ਆਪਣਾ ਅਕਸ ਜਿਹੜਾ ਉਹ ਸਹੀ ਪੇਸ਼ ਕਰਨ ਵਾਸਤੇ। ਦੂਜਾ ਇੰਪੋਰਟੈਂਟ ਵਿੱਚ ਪੁਆਇੰਟ ਹੈ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਦੀ ਤਾਦਾਦ ਜਿਹੜੀ ਆ ਔਸਤਨ 4,000 ਦੇ ਨੇੜੇ ਬਣੀ ਹੋਈ ਹੈ ਰੋਜ਼। ਮਤਲਬ ਹੋ ਸਕਦਾ ਵੀ ਕਿਸੇ ਦਿਨ 3900 ਦੇ ਕਰੀਬ ਯਾਨੀ 4000 ਤੋਂ ਥੱਲੇ ਮੌਤਾਂ ਦਾ ਅੰਕੜਾ ਆਇਆ ਹੋਵੇ। ਰੂਟੀਨ 'ਚ ਪਿਛਲੇ ਲੰਬੇ ਸਮੇਂ ਤੋਂ 30-35 ਦਿਨਾਂ ਤੋਂ ਜਿਹੜਾ ਮੌਤਾਂ ਦੀ ਗਿਣਤੀ ਹੈ ਉਹ 4000 ਤੋਂ ਉੱਪਰ ਹੀ ਰਹੀ ਹੈ। ਅੱਜ ਵੀ 4000 ਤੋਂ ਉੱਪਰ ਮੌਤਾਂ ਦਾ ਅੰਕੜਾ ਹੈ। ਇਸੇ ਕਰਕੇ 3 ਲੱਖ ਦਾ ਅੰਕੜਾ ਅਸੀਂ ਬੜੀ ਛੇਤੀ ਪਾਰ ਕਰ ਗਏ ਹਾਂ। ਦੁਨੀਆ ਭਰ ਦੇ ਵਿੱਚ ਜਿਹੜੇ ਮੁਲਕ ਨੇ ਜਿੱਥੇ ਸਭ ਤੋਂ ਜ਼ਿਆਦਾ ਡੈਥਸ ਹੋਈਆਂ ਕਰੋਨਾ ਵਾਇਰਸ ਕਰਕੇ ਦੱਸੀਆਂ ਗਈਆਂ, ਉਹਦੇ 'ਚ ਅਮਰੀਕਾ ਤੇ ਬ੍ਰਾਜ਼ੀਲ ਪਹਿਲੇ ਤੇ ਦੂਜੇ ਨੰਬਰ ਤੇ ਹੈ। ਅਮਰੀਕਾ 'ਚ 6 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਤੇ ਬ੍ਰਾਜ਼ੀਲ 'ਚ 4 ਲੱਖ ਤੋਂ ਜ਼ਿਆਦਾ ਹੋ ਚੁੱਕੀਆਂ ਤੇ ਭਾਰਤ ਤੀਜੇ ਨੰਬਰ ਤੇ ਜਿੱਥੇ 3 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ। ਯਾਨੀ ਜੇ ਇਹ ਹੀ ਰਫ਼ਤਾਰ ਰਹੀ, ਮਤਲਬ ਭਾਵੇਂ ਪੇਸ਼ੈਂਟ ਰੈਗੂਲਰ ਘਟਣ ਦਾ ਦਾਅਵਾ ਹੁੰਦਾ ਰਿਹਾ ਪਰ ਮੌਤਾਂ ਦੀ ਤਾਦਾਦ ਰੋਜ਼ 4000 ਦੇ ਨੇੜੇ ਤੇੜੇ ਰਹੀ, ਤਾਂ ਫਿਰ ਅਸੀਂ ਬੜੀ ਛੇਤੀ ਜਿਹੜਾ ਉਹ ਅੰਕੜਾ ਵੀ ਛੂਹ ਲਾਂਗੇ ਜਿਸ ਅੰਕੜੇ ਤੇ ਬ੍ਰਾਜ਼ੀਲ ਹੈ। ਫਿਰ ਉਸ ਤੋਂ ਬਾਅਦ ਜੇ ਇਹੀ ਰਫ਼ਤਾਰ ਰਹੀ, ਕਿਉਂਕਿ ਸਾਨੂੰ ਇਹ ਵੀ ਕਿਹਾ ਜਾ ਰਿਹਾ ਕਿ 3rd ਵੇਵ ਵੀ ਆਉਣ ਵਾਲੀ ਹੈ, ਫਿਰ ਅਸੀਂ ਅਮਰੀਕਾ ਨੂੰ ਵੀ ਕ੍ਰਾਸ ਕਰ ਦਾਂਗੇ। ਅਸੀਂ ਦੁਨੀਆ ਦਾ ਸਭ ਤੋਂ ਕਹਿ ਲਓ ਵੀ ਇਸ ਤਰ੍ਹਾਂ ਦਾ ਮੁਲਕ ਬਣ ਜਾਵਾਂਗੇ ਜਿੱਥੇ ਸਭ ਤੋਂ ਵੱਡਾ ਹਮਲਾ ਕਰੋਨਾ ਵਾਇਰਸ ਦਾ ਹੋਇਆ। ਪਰ ਇੱਥੇ ਸਵਾਲ ਹੁੰਦੇ ਆ ਵੀ ਕੀ ਇਹ ਜਿਹੜੀਆਂ ਸਾਡੇ ਮੌਤਾਂ ਹੋਈਆਂ ਭਾਰਤ ਦੇ ਵਿੱਚ ਉਹ ਕੇਵਲ ਕਰੋਨਾ ਵਾਇਰਸ ਕਰਕੇ ਹੋਈਆਂ ਜਾਂ ਕਰੋਨਾ ਵਾਇਰਸ ਦੇ ਖਾਤੇ ਪਾ ਦਿੱਤੀਆਂ ਗਈਆਂ? ਕਿਉਂਕਿ ਭਾਰਤ ਵਿੱਚ ਬਹੁਤੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਉਹ ਕਰੋਨਾ ਵਾਇਰਸ ਦੇ ਡਰ ਕਰਕੇ ਵੀ ਹੋ ਰਹੀਆਂ ਤੇ ਬਦ ਇੰਤਜ਼ਾਮੀਆਂ ਕਰਕੇ ਵੀ ਹੋ ਰਹੀਆਂ। ਔਰ ਇਹਦੇ ਵਿੱਚ ਮੈਂ 2-3 ਗੱਲਾਂ ਜੇ ਆਪਣੇ ਕੋਲ ਸਮਾਂ ਤਾਂ ਕਰਨੀਆਂ ਚਾਹੁੰਦਾ, ਆਪਣੇ ਵੱਲੋਂ ਨਹੀਂ, ਬਿਲਕੁਲ ਕਰੋ ਜੀ, ਬਿਲਕੁਲ ਕਰੋ। ਹਾਂਜੀ, ਇਹਦੇ ਚ ਮੈਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਹਰਜੀਤ ਜੀ, ਉਹ ਤਾਂ ਆਪਾਂ ਅਕਸਰ ਕਰਦੇ ਹਾਂ ਤੇ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਤੇ ਉਹ ਲੌਜਿਕ ਦੇ ਨਾਲ ਹੀ ਕਰਦੇ, ਤਰਕ ਨਾਲ ਕਰਦੇ ਹਾਂ। ਤੇ ਜਦੋਂ ਦੁਨੀਆ ਭਰ ਚੋਂ ਕੁਝ ਐਕਸਪਰਟ ਲੋਕ ਜਦੋਂ ਉਹੀ ਗੱਲਾਂ ਕਰਦੇ ਨੇ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹੁੰਦੇ ਆ, ਤਾਂ ਸਾਨੂੰ ਘੱਟੋ ਘੱਟ ਇਹ ਤਸੱਲੀ ਜ਼ਰੂਰ ਹੁੰਦੀ ਹੈ ਵੀ ਅਸੀਂ ਗਲਤ ਗੱਲ ਨਹੀਂ ਕਰਦੇ। ਅਸੀਂ ਜੋ ਵੀ ਗੱਲ ਕਰ ਰਹੇ ਹਾਂ ਉਹ ਤੁਹਾਡੇ ਕੋਲ ਜਿਹੜੀ ਪੇਸ਼ ਕਰ ਰਹੇ ਹਾਂ ਆਪਣੇ ਦਰਸ਼ਕਾਂ ਦੇ ਕੋਲ, ਵੀ ਉਹ ਇੱਕ ਤੱਥਪੂਰਵਕ ਗੱਲਾਂ ਨੇ। ਇਹਨਾਂ ਦਿਨਾਂ ਦੇ ਵਿੱਚ ਹੀ 2 ਦਿਨ ਪਹਿਲਾਂ ਨਿਊਯਾਰਕ ਸਿਟੀ ਹੈਲਥ ਹਸਪੀਟਲ ਚੇਨ ਦੀ ਜਿਹੜੀ ਸੀਨੀਅਰ ਡਾਇਰੈਕਟਰ ਹੈ ਤੇ ਜਿਹੜੇ ਅਮਰੀਕਾ ਦਾ ਜਿਹੜਾ ਕੋਵਿਡ ਰਿਸਪੌਂਸ ਟਾਸਕ ਫੋਰਸ ਦੀ ਮੈਂਬਰ ਵੀ ਹੈ ਤੇ ਕੋਵਿਡ ਵੈਕਸੀਨ ਕਮਿਊਨੀਕੇਸ਼ਨ ਵਰਕ ਗਰੁੱਪ ਦੀ ਜਿਹੜੀ ਚੀਫ ਵੀ ਹੈ ਅਮਰੀਕਾ ਦੀ, ਉਹਨਾਂ ਦਾ ਨਾਂ ਹੈ ਡਾਕਟਰ ਸਾਇਰਾ ਮਡਾਡ। ਉਹਨਾਂ ਨੇ 2-3 ਗੱਲਾਂ ਕੀਤੀਆਂ ਇਸ ਕਿਸਮ ਦੀਆਂ ਜਿਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਾਰਤ ਨੂੰ ਕਿਸ ਨਜ਼ਰ ਨਾਲ ਦੇਖ ਰਹੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜਾ ਇਸ ਵੇਲੇ ਗਲੋਬਲ ਜਿਹੜੀ ਕੋਵਿਡ ਮਹਾਮਾਰੀ ਹੈ ਉਹਦਾ ਜਿਹੜਾ ਐਮਰਜੈਂਸੀ ਫੇਜ਼ ਹੈ ਉਹਦੇ ਵਿੱਚ ਹੈ ਤੇ ਇਸ ਫੇਜ਼ ਦੇ ਵਿੱਚੋਂ ਨਿਕਲਣ 'ਚ 2 ਸਾਲ ਹੋਰ ਲੱਗ ਸਕਦੇ ਆ। 2 ਸਾਲ ਹੋਰ ਲੱਗ ਸਕਦੇ ਆ। ਉਹ ਕਹਿ ਰਹੇ ਆ ਵੀ ਗਲੋਬਲ ਜਿਹੜੀ ਮਹਾਮਾਰੀ ਹੈ ਉਹ ਘਟਣ ਤੋਂ ਬਾਅਦ ਵੀ ਜੇ ਘਟ ਵੀ ਜਾਂਦੀ ਹੈ ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਪ੍ਰੋਬਲਮ ਦੇ ਤੌਰ ਤੇ ਰਹੇਗੀ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਵੀ ਜਿਹੜਾ 1917-18 ਦੇ ਵਿੱਚ ਸਪੈਨਿਸ਼ ਫਲੂ ਆਇਆ ਸੀ, 100 ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਹਾਲੇ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਪੀੜਿਤ ਕਰਦਾ ਆ। ਇਸੇ ਕਰਕੇ ਹਰ ਸਾਲ ਜਿਹੜੇ ਆ ਉਹਦੀ ਕਹਿ ਲਓ ਵੀ ਇੱਕ ਉਹਨੂੰ ਰੋਕਣ ਲਈ ਜਾਂ ਆਪਣੇ ਤੇ ਹਮਲਾ ਨਾ ਹੋਵੇ ਉਹਦੇ ਫਲੂ ਸ਼ਾਟਸ ਜਿਹੜੇ ਆ ਹਰ ਸਾਲ ਲੋਕਾਂ ਨੂੰ ਲੈਣੇ ਪੈਂਦੇ ਆ। ਇਸੇ ਤਰ੍ਹਾਂ ਜਿਹੜੀ ਮੈਂ ਗੱਲ ਕਹਿੰਦਾ ਰਿਹਾ ਸ਼ੁਰੂ ਤੋਂ ਵੀ ਜਿਹੜਾ 750 ਕਰੋੜ ਲੋਕ ਨੇ ਦੁਨੀਆ ਦੇ, ਉਹਨਾਂ ਨੂੰ ਜਿਹੜੀ ਇੱਕ ਵੈਕਸੀਨ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਨੂੰ ਲਾ ਦਿੱਤੀ ਜਾਣੀ ਹੈ, ਲਾਈ ਜਾ ਰਹੀ ਹੈ ਤੇ ਇਹ ਸਦਾ ਲਈ ਹੋ ਗਈ ਹੈ, ਤਾਂ ਉਮਰ ਹੋ ਗਈ ਹੈ। ਸਾਡਾ ਜੰਮਦੇ ਸਾਰ ਹੀ 18 ਸਾਲ ਤੱਕ ਦੇ ਜਿਹੜੇ ਬੱਚੇ ਹੈ
ਉਹਨਾਂ ਨੂੰ ਜਿਹੜੀ ਇਹ ਵੈਕਸੀਨ ਪੱਕੀ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੇਰੀਐਂਟ ਆ ਰਹੇ ਨੇ ਨਵੇਂ, ਇਹ ਵੈਕਸੀਨ ਕਿੰਨਾ ਚਿਰ ਕੰਮ ਕਰਦੀ ਹੈ, ਕੋਈ ਇਹਦਾ ਕਰੋਨਾ ਵਾਇਰਸ ਦਾ ਕੋਈ ਨਵੀਂ ਐਕਸਟੈਂਸ਼ਨ ਆ ਗਈ ਹੈ, ਫਿਰ ਉਹਦੇ ਵਾਸਤੇ ਵੈਕਸੀਨ ਦੀ ਖੇਡ ਹੋਏਗੀ। ਸੋ ਡਾਕਟਰ ਸਾਇਰਾ ਮਰਾੜ ਨੇ ਜਿਹੜੇ ਭਾਰਤ ਦੇ ਹਵਾਲੇ ਨਾਲ ਗੱਲਾਂ ਕੀਤੀਆਂ, ਉਹ ਇੱਕ ਦੋ ਗੱਲਾਂ ਮੈਂ ਕਰਦਾ, ਬਹੁਤੀ ਲੰਬੀ ਗੱਲ ਨਹੀਂ ਕਰਦਾ। ਉਹ ਕਹਿੰਦੇ ਆ ਵੀ ਜਿਹੜੇ ਭਾਰਤ ਦੇ ਵਿੱਚ ਜਿਹੜੀ ਸੈਕੰਡ ਵੇਵ ਆਈ ਹੈ ਤੇ ਸੈਕੰਡ ਵੇਵ ਆਉਣ ਦੇ ਨਾਲ ਭਾਰਤ ਹੈਰਾਨ ਰਹਿ ਗਿਆ, ਤੇ ਇਹ ਸਗੋਂ ਹੋਰ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਕਿਉਂ ਹੈਰਾਨ ਰਹਿ ਗਿਆ। ਵੀ ਕੀ, ਜਿੱਦਾਂ ਅਸੀਂ ਵੀ ਕਹਿੰਦੇ ਸੀ ਵੀ ਕੀ ਭਾਰਤ ਨੂੰ ਇਹਦਾ ਪਤਾ ਹੀ ਨਹੀਂ ਸੀ ਵੀ ਸੈਕੰਡ ਵੇਵ ਵੀ ਆਏਗੀ। ਜੇ ਪਤਾ ਸੀ ਫਿਰ ਜਾਣਬੁੱਝ ਕੇ ਕਿਉਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਣਗੌਲਿਆ ਗਿਆ। ਜੇ ਪਤਾ ਸੀ ਤਾਂ ਵੀ ਸਰਕਾਰ ਜਿਹੜੀ ਹੈ ਉਹਦੀ ਫੇਲਰ ਹੈ ਇਹ। ਸੋ ਕੀ ਭਾਰਤ ਨੇ ਕੋਈ ਸਬਕ ਨਹੀਂ ਲਿਆ ਦੁਨੀਆ ਤੋਂ? ਖਾਸ ਤੌਰ ਤੇ ਉਹਨਾਂ ਨੇ, ਡਾਕਟਰ ਸਾਇਰਾ ਨੇ ਇਹ ਗੱਲ ਕਹੀ ਵੀ ਘੱਟੋ ਘੱਟ ਅਮਰੀਕਾ ਤੋਂ ਸਬਕ ਲੈ ਲਿਆ ਹੁੰਦਾ ਵੀ, ਕਿਉਂਕਿ ਜਿਹੜਾ ਸਾਡਾ ਹੈਲਥ ਸਿਸਟਮ ਹੈ, ਉਹਨਾਂ ਨੇ ਕਿਹਾ, ਅਸੀਂ ਤਾਂ ਕਹਿੰਦੇ ਰਹਿੰਦੇ, ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦਾ ਹੈਲਥ ਸਿਸਟਮ ਹੈ ਉਹ ਬਹੁਤ ਬੁਰੀ ਹਾਲਤ 'ਚ ਹੈ, ਲੱਚਰ ਵਿਵਸਥਾ ਦੇ ਵਿੱਚ ਹੈ, ਤੇ ਅਮਰੀਕਾ ਵਰਗੇ ਮੁਲਕ ਤੋਂ ਜਾਂ ਬਾਕੀ ਮੁਲਕਾਂ ਤੋਂ ਜਿਹੜਾ ਨੇ ਇਹਦਾ ਮੁਕਾਬਲਾ ਕੀਤਾ, ਉਹਦੇ ਤੋਂ ਕਿਸੇ ਕਿਸਮ ਦਾ ਸਬਕ ਜਿਹੜਾ ਹੈ ਭਾਰਤ ਨੇ ਨਹੀਂ ਲਿਆ। ਸੋ ਇਹ ਇਦਾਂ ਦੀਆਂ ਕੁਝ ਚੀਜ਼ਾਂ ਹੋਰ ਵੀ ਉਹਨਾਂ ਨੇ ਕਹੀਆਂ ਵੀ, ਜਿਹੜੀ ਖਾਸ ਤੌਰ ਤੇ ਇੰਪੋਰਟੈਂਟ ਗੱਲ, ਜਿਹੜੀ ਗੱਲ ਆਪਾਂ ਸ਼ੁਰੂ 'ਚ ਮੈਂ ਕਹੀ ਹੈ ਵੀ, ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਪੇਸ਼ੈਂਟ ਜਿਹੜੇ ਘੱਟ ਰਹਿੰਦੇ ਰੈਗੂਲਰ, ਪਰ ਮੌਤਾਂ ਦੀ ਗਿਣਤੀ ਉੱਥੇ ਬਣੀ ਹੋਈ ਹੈ 4000 ਦੇ ਨੇੜੇ ਜਿਹੜੇ ਰੈਗੂਲਰ, ਤਾਂ ਇਹਦਾ ਕਾਰਨ ਕੀ ਹੈ? ਤੇ ਡਾਕਟਰ ਸਾਇਰਾ ਮਰਾੜ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਗੱਲਾਂ ਲੁਕੋਈਆਂ ਜਾਂਦੀਆਂ, ਡਾਟਾ ਜਿਹੜਾ ਆ ਉਹਦੀ ਟਰਾਂਸਪੇਰੈਂਸੀ ਹੈ ਨਹੀਂ, ਮਤਲਬ ਸਹੀ ਅੰਕੜੇ ਨਹੀਂ ਦੱਸੇ ਜਾ ਰਹੇ। ਜੇ ਸਹੀ ਅੰਕੜੇ ਨਹੀਂ ਦੱਸਣੇ ਤਾਂ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਇਹ ਵੇਰੀਐਂਟ ਹੈ, ਇਹ ਕਿਵੇਂ ਬਿਹੇਵ ਕਰ ਰਿਹਾ, ਇਹਦਾ ਪਤਾ ਕਿੱਦਾਂ ਲੱਗੂ ਵੀ ਵਾਇਰਸ ਦਾ ਵਰਤਾਓ ਕੀ ਹੈ, ਤੇ ਇਸ ਵਾਇਰਸ ਦਾ ਫਿਰ ਮੁਕਾਬਲਾ ਕਿਵੇਂ ਕਰਨਾ, ਇਹਦੀ ਤਿਆਰੀ ਕਿੱਦਾਂ ਹੋਊ। ਸੋ ਬੜੇ ਸਵਾਲ ਉਹਨਾਂ ਨੇ ਹੋਰ ਵੀ ਉਠਾਏ ਆ। ਆਉਂਦੇ ਦਿਨਾਂ 'ਚ ਜਦੋਂ ਅਸੀਂ ਗੱਲਾਂ ਕਰਾਂਗੇ ਤੇ ਉਹ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਹੋਰ ਵੀ ਗੱਲਾਂ ਆਪਾਂ ਕਰਨੀਆਂ। ਸੋ ਜੇ ਦੁਨੀਆ 'ਚ ਬੈਠੇ ਐਕਸਪਰਟ ਲੋਕ ਨੇ ਜਿਹੜੇ ਇਸ ਫੇਸ 'ਚੋਂ ਲੰਘ ਰਹੇ ਨੇ, ਉਹ ਵੀ ਇਦਾਂ ਦੇ ਸਵਾਲ ਉਠਾ ਰਹੇ ਨੇ, ਪਤਾ ਲੱਗ ਜਾਂਦਾ ਹੈ ਕਿ ਭਾਰਤ ਦੀ ਸਰਕਾਰ ਜਿਹੜੀ ਹੈ ਕਿੰਨੀ ਬੁਰੀ ਤਰ੍ਹਾਂ ਇਹਦੇ 'ਚ ਫੇਲ ਹੋਈ ਹੈ, ਤੇ ਕਿਵੇਂ ਉਹ ਅੰਕੜੇ ਲਗਾ ਰਹੀ ਹੈ ਭਾਰਤ ਦੀ ਸਰਕਾਰ, ਤੇ ਕਿਵੇਂ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਪੋਲਿਟਿਕਸ ਕਰ ਰਹੀ ਹੈ। ਦਸਾਂਝ ਸਾਹਿਬ, ਆਪਾਂ ਭਾਰਤ ਸਰਕਾਰ ਦੀਆਂ ਹੋਰ ਗੱਲਾਂ ਵੀ ਕਰਨੀਆਂ ਨੇ। ਜਦੋਂ ਕਰੋਨਾ ਦੀ ਸ਼ੁਰੂਆਤ ਹੋਈ ਸੀ ਤੇ ਤਬਲੀਗੀਆਂ ਦੇ ਉੱਤੇ ਜਿਸ ਤਰੀਕੇ ਨਾਲ ਇਹਨਾਂ ਨੇ ਇਲਜ਼ਾਮ ਘੜੇ ਸੀ, ਔਰ ਜਿਸ ਤਰੀਕੇ ਨਾਲ ਭਾਰਤ ਦੇ ਮੀਡੀਆ ਨੇ ਕਿਹਾ ਸੀਗਾ, ਉਹ ਤੋਂ ਸਬਕ ਨਹੀਂ ਸਿੱਖਿਆ ਕਿ ਉੱਥੇ ਕੁਝ ਵੀ ਨਹੀਂ ਸੀ ਐਸਾ ਹੋਇਆ। ਤੇ ਹੁਣ ਵੀ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ IT ਸੈੱਲ ਆ ਉਹਦਾ ਪੂਰਾ ਜ਼ੋਰ ਤੇ ਇਸ ਗੱਲ ਤੇ ਲੱਗਾ ਹੋਇਆ ਕਿ ਜਿਹੜੀਆਂ ਗੰਗਾ 'ਚ ਲਾਸ਼ਾਂ ਰੁੜ ਕੇ ਆ ਰਹੀਆਂ ਨੇ, ਉਹ ਤੇ ਮੁਸਲਮਾਨਾਂ ਨੇ ਕਬਰਸਤਾਨ ਗੰਗਾ ਦੇ ਕੰਢਿਆਂ ਤੇ ਬਣਾ ਲਏ ਨੇ, ਤੇ ਪਾਣੀ ਦਾ ਫਲੋ ਵਧਣ ਕਰਕੇ ਉਹ ਲਾਸ਼ਾਂ ਵਿੱਚੋਂ ਨਿਕਲ ਕੇ ਕਬਰਾਂ 'ਚੋਂ ਜਿਹੜੀਆਂ ਨੇ ਉਹ ਤਰ ਰਹੀਆਂ ਨੇ। ਹੋਰ ਕਿਸੇ ਦੀਆਂ ਲਾਸ਼ਾਂ ਨਹੀਂ, ਉਹ ਮੁਸਲਮਾਨਾਂ ਦੀਆਂ ਲਾਸ਼ਾਂ ਨੇ। ਯਾਨੀ ਕਿ ਜਿੱਥੇ ਸੋਚ ਇੰਨੀ ਘਟੀਆ ਪੱਧਰ ਤੇ ਚਲੀ ਗਈ ਹੋਵੇ, ਉਸ ਮੁਲਕ ਦੀ ਟਰਾਂਸਪੇਰੈਂਸੀ ਦੀ ਕੋਈ ਗੱਲ ਜਾਂ ਅਖਲਾਕੀ ਕੋਈ ਗੱਲਬਾਤ ਉਹਦੇ ਬਾਰੇ ਕੀਤੀ ਜਾਵੇ, ਇਹ ਤਾਂ ਮੇਰੇ ਖਿਆਲ ਇਹ ਵੇਲੇ ਗੱਲ ਕਰਨੀ ਉੱਥੇ ਜਿਹੜੀ ਆ ਵਾਜਬ ਨਹੀਂ ਲੱਗਦੀ। ਦੇਖੋ, ਪਰ ਮਸਲਾ ਇਹ ਹੈ ਕਿ ਕੁਝ ਜਿਹੜੇ ਤੱਥ ਨੇ ਜਾਂ ਸੱਚ ਨੇ, ਅਕਸਰ ਉਹ ਤਾਂ ਲਾਜ਼ਮੀ ਤੌਰ ਦੇ ਉੱਤੇ ਲੋਕਾਂ ਦੇ ਕੋਲ ਆਉਣੇ ਹੀ ਚਾਹੀਦੇ ਆ, ਲੋਕਾਂ ਨੂੰ ਪਤਾ ਹੀ ਲੱਗਣਾ ਚਾਹੀਦਾ। ਮੀਡੀਆ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਿਹੇਵ ਕਰ ਰਿਹਾ ਹੈ, ਮੀਡੀਆ ਜਿਵੇਂ ਇੱਕ ਕਿਸਮ ਦਾ ਔਰਗਨ ਬਣਿਆ ਹੋਇਆ ਸਰਕਾਰ ਦਾ, ਜਿਹਨੂੰ ਅਸੀਂ ਗੋਦੀ ਮੀਡੀਆ ਵੀ ਕਹਿੰਦੇ ਆ, ਉਹਦੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ, ਬੜੀਆਂ ਚੱਲਦੀਆਂ ਨੇ, ਤੇ ਸਰਕਾਰ 'ਚ ਬੈਠੇ ਲੋਕ ਵੀ ਜਿਹੜੇ ਕੁਝ ਐਕਟਿਵ ਨੇ, ਇਸ ਤਰ੍ਹਾਂ ਦਾ IT ਸੈੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਕਿ ਖਾਸ ਤੌਰ ਦੇ ਉੱਤੇ ਇਹ ਜਿਹੜਾ ਗੰਗਾ ਜਾਂ ਯਮੁਨਾ ਦਾ ਮਾਮਲਾ ਆ, ਜਾਂ ਦਰਿਆਵਾਂ ਦੇ ਵਿੱਚ ਤਰਦੀਆਂ ਹੋਈਆਂ ਲਾਸ਼ਾਂ ਦਾ ਮਾਮਲਾ ਹੈ, ਇਹ ਬਹੁਤ ਬੁਰੀ ਤਰ੍ਹਾਂ ਇਫੈਕਟ ਕਰ ਰਿਹਾ ਹੈ ਸਪੈਸ਼ਲੀ ਉੱਤਰ ਪ੍ਰਦੇਸ਼ ਦੀ ਪੋਲਿਟਿਕਸ ਨੂੰ, ਕਿਉਂਕਿ 8 ਮਹੀਨੇ ਰਹਿ ਗਏ ਨੇ ਉੱਤਰ ਪ੍ਰਦੇਸ਼ ਦੀਆਂ ਇਲੈਕਸ਼ਨਸ ਦੇ ਵਿੱਚ, ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਪੋਲਿਟਿਕਸ ਜਿਹੜੀ ਹੈ ਉਹ ਹੁਣ ਫੇਰ ਤੋਂ ਤੇਜ਼ ਕਰ ਦਿੱਤੀ ਗਈ ਹੈ। ਇਨ ਬਿਟਵੀਨ ਸਾਡੇ ਕੋਲ ਖਬਰਾਂ ਕੁਝ ਇਸ ਕਿਸਮ ਦੀਆਂ ਆ ਰਹੀਆਂ ਵੀ RSS ਨੇ ਬਕਾਇਦਾ ਇੱਕ ਏਜੰਡਾ ਤਿਆਰ ਕੀਤਾ ਹੈ, ਰਾਸ਼ਟਰੀ ਸਵੈਮ ਸੇਵਕ ਸੰਘ ਨੇ, ਵੀ ਹਰ ਹਾਲਤ ਦੇ ਵਿੱਚ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਜਿਹੜਾ ਘੱਟੋ ਘੱਟ 20 ਸਾਲ ਦਾ ਜਿਹੜਾ ਰੈਗੂਲਰ ਰਾਜ ਜਿਹੜਾ ਆ ਭਾਰਤੀ ਜਨਤਾ ਪਾਰਟੀ ਦਾ ਕੰਟੀਨਿਊ ਹੋਵੇ, ਉਹਦਾ ਕੋਈ ਨਾ ਕੋਈ ਪਲਾਨਿੰਗ ਉਹਨਾਂ ਨੇ ਕੀਤੀ ਹੈ। ਇੱਕ ਮੀਟਿੰਗ ਦੇ ਹਵਾਲੇ ਦੇ ਨਾਲ ਖਬਰਾਂ ਆ ਰਹੀਆਂ ਕੁਝ ਵੀ, ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ, ਆਦਿੱਤਿਆਨਾਥ ਯੋਗੀ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ, ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,
ਇਹਨਾਂ ਦੀ RSS ਦੀ ਜਿਹੜੀ ਕੋਈ कह लो भी मोहन भागवत ने एक जी टीम तैयार की हुई उत्तर प्रदेश वास्ते उन्होंने नाल एक गुप्त मीटिंग हुई है जिहदे कुछ वेरवे बाहर आ रहे हैं ਉਹਦੇ ਚ ਇਸ किस्म दी गल्लां है भी प्लान A या प्लान B या प्लान C की हो सकता है भी जो आ हालात बने ने जिहदे तो लगता है कि उत्तर प्रदेश दे विच भारतीय जनता पार्टी की हालत जिहड़ी आ काफी खराब है इहनूं अप करन वास्ते जां उहनूं सुधारन वास्ते की कीता जा सकता है ਉਹ ਕੁਝ ਚੀਜ਼ਾਂ ਤੇ ਚਰਚਾ ਹੋਈ ਹੈ ਤੇ 20 ਸਾਲ ਦਾ ਪਲਾਨ ਉਹਨਾਂ ਨੇ ਕੋਈ ਚਾਕ ਆਊਟ ਕੀਤਾ ਹੈ ਕਿ ਇਸ ਤਰ੍ਹਾਂ ਦਾ ਝੂਠ ਬੋਲ ਕੇ ਜਾਂ ਧਰਮ ਦੇ ਆਧਾਰ ਦੇ ਉੱਤੇ ਵੱਡੀ ਕਤਾਰਬੰਦੀ ਕਰਕੇ ਜਿਹਨੂੰ ਅਸੀਂ ਕਹਿੰਦੇ ਆ ਵੀ ਤੁਸ਼ਟੀਕਰਨ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਰਿਵਾਈਵ ਕੀਤਾ ਜਾ ਸਕੇ ਉੱਤਰ ਪ੍ਰਦੇਸ਼ ਦੇ ਵਿੱਚ ਕਿਉਂਕਿ ਉੱਤਰ ਪ੍ਰਦੇਸ਼ ਬੜਾ ਅਹਿਮ ਸੂਬਾ ਹੈ उत्तर प्रदेश भारतीय जनता पार्टी वास्ते बहुत ज्यादा अहम इस करके भी है भी बिहार ते उत्तर प्रदेश दो सूबे इदां दे है जिहड़ी धिर इत्थे जित के निकलदी है उही केंद्र दे विच सरकार बनाउंदी है ते जिहड़ी इस वेले दी 303 MP वाली जिहड़ी भारतीय जनता पार्टी है उहनूं जिहड़ा प्रचंड बहुमत 303 वाला मिलिया ਉਹਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ਚ ਵਿਸ਼ੇਸ਼ ਤੌਰ ਤੇ ਨਾਲ ਬਿਹਾਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਰਿਹਾ ਸੋ ਇਹਨੂੰ ਕਿੱਦਾਂ ਕੰਟੀਨਿਊ ਕੀਤਾ ਜਾਵੇ ਕਿਵੇਂ ਝੂਠ ਸੱਚ ਬੋਲਿਆ ਜਾਵੇ ਲੋਕਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਕਿਵੇਂ ਹੋਰ ਤਿੱਖੀ ਤਰੀਕੇ ਦੇ ਨਾਲ ਵੰਡ ਕਰਕੇ ਜਿਹੜਾ ਪਾੜਿਆ ਜਾਵੇ ਇਹ ਸਾਰਾ ਇੱਕ ਪਲਾਨ ਦਾ ਹਿੱਸਾ ਹੈ ਜਿਹਦੇ ਕਰਕੇ ਆ ਸਾਰਾ ਕੁਝ ਝੂਠ ਤੂਫਾਨ ਤੋਲਿਆ ਜਾ ਰਿਹਾ ਤੇ ਇੱਕ ਨਫ਼ਰਤ ਦਾ ਬਾਜ਼ਾਰ ਜਿਹੜਾ ਆ ਉਹਨੂੰ ਗਰਮ ਕੀਤਾ ਜਾ ਰਿਹਾ ਜੀ ਦਸਾਂਝ ਸਾਹਿਬ ਇਹੋ ਜਿਹੇ ਪਲਾਨ ਧਰੇ ਧਰਾਏ ਰਹਿ ਜਾਇਆ ਕਰਦੇ ਆ ਆਪਾਂ ਹੁਣੇ ਵੈਸਟ ਬੰਗਾਲ ਦੀਆਂ ਚੋਣਾਂ 'ਚ ਵੀ ਇਹਨਾਂ ਦੇ ਬੜੇ ਵੱਡੇ ਦਾਅਵੇ ਤੇ ਬੜੇ ਵੱਡੇ ਪਲਾਨ ਆਪਾਂ ਵੇਖਦੇ ਆਏ ਆ ਪਰ ਜਦੋਂ ਧਰਾਤਲ ਤੇ ਲੋਕ ਚੀਜ਼ਾਂ ਨੂੰ ਸਮਝ ਜਾਂਦੇ ਨੇ ਤੇ ਫਿਰ ਪਲਾਨ ਜਿਹੜੇ ਆ ਉਹ ਜੋ ਮਰਜ਼ੀ ਬਣੇ ਰਹਿਣ ਆਪਣੇ ਥਾਂ ਰਹਿ ਜਾਂਦੇ ਨੇ ਲੋਕ ਜਦੋਂ ਜੁਗ ਬਟਾਉਣ ਲੱਗਦੇ ਨੇ ਤੇ ਫਿਰ ਇਹਨਾਂ ਪਲਾਨਾਂ ਨੂੰ ਕੋਈ ਨਹੀਂ ਪੁੱਛਦਾ ਇਸ ਤਰ੍ਹਾਂ ਦੇ ਹੀ 25 ਸਾਲ ਰਾਜ ਕਰਨ ਦੇ ਪਲਾਨ ਕਿਸੇ ਸਮੇਂ ਸੁਖਬੀਰ ਬਾਦਲ ਨੇ ਵੀ ਪੰਜਾਬ ਵਿੱਚ ਕਰਿਆ ਕਰਦੇ ਸੀਗੇ ਸੋ ਇਹ ਪਲਾਨ ਜਿਹੜੇ ਆ ਉਹ ਲੱਖ ਬਣਾਈ ਜਾਣ ਜਿਹੜੇ ਲੋਕ ਨੇ ਅਸਲ ਸ਼ਕਤੀ ਉਹ ਨੇ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਸੀਂ 2 ਵਾਰੀ ਠੱਗੇ ਜਾ ਚੁੱਕੇ ਹਾਂ ਤੇ ਹੁਣ ਤੀਜੀ ਵਾਰ ਇਹ ਮੌਕਾ ਸ਼ਾਇਦ ਅਸੀਂ ਦਿੱਤਾ ਤਾਂ ਫਿਰ ਸਾਡੇ ਲਈ ਬਹੁਤ ਘਾਤਕ ਸਿੱਧ ਹੋਏਗਾ ਤੇ ਮੈਨੂੰ ਨਹੀਂ ਲੱਗਦਾ ਕਿ ਭਾਵੇਂ ਪਛੜੇ ਹੋਏ ਲੋਕ ਨੇ ਨਹੀਂ ਪੜ੍ਹੇ ਲਿਖੇ ਲੋਕ ਇਹਨਾਂ ਚੀਜ਼ਾਂ ਦੀ ਘੱਟ ਸਮਝ ਰੱਖਦੇ ਨੇ ਪਰ ਰੋਜ਼ੀ ਰੋਟੀ ਲਈ ਜਿਹੜੇ ਯੁੱਧ ਕਰ ਰਹੇ ਨੇ ਘਰਾਂ ਚੋਂ ਨਿਕਲਦੇ ਨੇ ਲੋਕ ਤੇ ਹਾਲਾਤਾਂ ਨਾਲ ਸਿੱਝ ਰਹੇ ਨੇ ਉਹਨਾਂ ਤੋਂ ਵੱਧ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਉਹਨਾਂ ਨੂੰ ਕੌਣ ਸਮਝ ਸਕਦਾ ਸੋ ਅਗਰ ਉਹਨਾਂ ਨੂੰ ਇਹੋ ਜਿਹੇ ਪਲਾਨਾਂ ਨਾਲ ਠੱਗਣ ਦੀ ਹੁਣ ਵੀ ਕੋਸ਼ਿਸ਼ ਕੀਤੀ ਜਾਏਗੀ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਸ਼ਾਇਦ ਉਹਨਾਂ ਦੇ ਝਾਂਸੇ 'ਚ ਨਹੀਂ ਆਉਣਗੇ ਨਹੀਂ ਤੁਹਾਡਾ ਜਿਹੜਾ ਸਵਾਲ ਨਹੀਂ ਹੈ ਤੁਸੀਂ ਕੁਝ ਗੱਲਾਂ ਜਿਹੜੀਆਂ ਕੀਤੀਆਂ ਉਹਦਾ ਜਿਹੜਾ ਤੁਹਾਡੀਆਂ ਗੱਲਾਂ ਦਾ ਜਿਹੜਾ ਦੂਜਾ ਹਿੱਸਾ ਉਹ ਜ਼ਿਆਦਾ ਇੰਪੋਰਟੈਂਟ ਹੈ ਅਸਲ 'ਚ ਜਿਸ ਕਿਸਮ ਦੇ ਨਾਲ ਭਾਰਤ ਦੇ ਵਿੱਚ ਜਿਹੜਾ ਸਧਾਰਨ ਬੰਦਾ ਆ ਉਹਦੀ ਮਾਨਸਿਕਤਾ ਨੂੰ ਵੀ ਠੱਗਿਆ ਗਿਆ ਨਾ ਉਹਨੂੰ ਮੈਂਟਲੀ ਤੌਰ ਦੇ ਉੱਤੇ ਵੀ ਕਿਤੇ ਨਾ ਕਿਤੇ ਐਕਸਪਲੋਇਟੇਸ਼ਨ ਉਹਦੀ ਹੈਗੀ ਹੈ ਉਹਦੇ ਲਈ ਤਰੀਕੇ ਉਹ ਧਰਮ ਵਰਤਿਆ ਗਿਆ ਜ਼ਾਤ ਵਰਤੀ ਗਈ ਹੈ ਇਲਾਕਾ ਵਰਤਿਆ ਗਿਆ ਹੋਰ ਬੜਾ ਕੁਝ ਵਰਤਿਆ ਗਿਆ ਸੇ ਇਹ ਜਿਹੜਾ ਖਤਰਾ ਸੱਚਮੁੱਚ ਬਰਕਰਾਰ ਹੈ ਠੀਕ ਹੈ ਕਿ ਪੱਛਮੀ ਬੰਗਾਲ ਦੇ ਨਤੀਜੇ ਜਿਸ ਕਿਸਮ ਦੇ ਆਏ ਹੈ ਉਹ ਇਹ ਜ਼ਰੂਰ ਉਮੀਦ ਬਣਾਉਂਦੇ ਆ ਵੀ ਪਲਾਨ ਜਿਹੜੇ ਨੇ ਉਹ ਆਪਣੀ ਥਾਂ ਤੇ ਹੁੰਦੇ ਆ ਰਿਐਲਿਟੀ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਉਹਦੇ ਨਤੀਜੇ ਹੋਰ ਹੁੰਦੇ ਆ ਪੱਛਮੀ ਬੰਗਾਲ ਦੇ ਨਤੀਜਿਆਂ ਤਾਂ ਬਿਲਕੁਲ ਸਾਫ਼ ਕਰ ਦਿੱਤਾ ਪਰ ਇੱਕ ਖਤਰਾ ਫਿਰ ਵੀ ਬਰਕਰਾਰ ਹੈ ਕਿ ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਦਾ ਇੱਕ ਜਿਹੜਾ ਇੱਕ ਲੈਵਲ ਹੈ ਬੌਧਿਕ ਪੱਧਰ ਜਿਹੜਾ ਆ ਜਾਂ ਮਾਨਸਿਕ ਪੱਧਰ ਜਿਹੜਾ ਆ ਉਹਨੂੰ ਇੱਕ ਤੱਕੜੀ 'ਚ ਨਹੀਂ ਤੋਲਿਆ ਜਾ ਸਕਦਾ ਉੱਤਰ ਪ੍ਰਦੇਸ਼ ਦੇ ਵਿੱਚ ਜਾਤ ਦੀ ਧਰਮ ਦੀ ਜਿਹੜੀ ਸਿਆਸਤ ਹੈ ਉਹ ਬਹੁਤ ਵੱਡੇ ਪੱਧਰ ਤੇ ਖੇਡੀ ਗਈ ਹੈ ਹਰ ਧਿਰ ਨੇ ਇਹ ਖੇਡੀ ਹੈ ਤੇ ਉਹ ਜਿਹੜੀ ਇੱਕ ਪੂਰੀ ਦੀ ਪੂਰੀ ਜਿਹੜੀ ਕੋਸ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੀ ਜਾਂ RSS ਦੀ ਉਸ ਕੋਸ਼ਿਸ਼ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਓਪੋਜੀਸ਼ਨ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਆਪਣੀਆਂ ਗੋਟੀਆਂ ਬਰਾਬਰ ਰੱਖਦਾ ਕਿਉਂਕਿ ਹੈ ਤਾਂ ਪਪੂਲਰ ਕਿਸਮ ਦੀ ਪੋਲਿਟਿਕਸ ਹੈ ਜਿਹੜੀ ਓਪੋਜੀਸ਼ਨ ਹੈ ਉਹਦੇ ਕੋਲ ਵੀ ਕੋਈ ਪੀਪਲ ਪੋਲਿਟਿਕਸ ਨਹੀਂ ਹੈ ਕਿਉਂਕਿ ਓਪੋਜੀਸ਼ਨ ਜਿਹੜੀਆਂ ਮੁੱਖ ਤੌਰ ਦੇ ਉੱਤੇ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਹੈ ਤੇ ਬਹੁਜਨ ਸਮਾਜ ਪਾਰਟੀ ਹੈ ਪਿਛਲੀ ਇਲੈਕਸ਼ਨ ਉਹਨਾਂ ਨੇ ਇਕੱਠੇ ਹੋ ਕੇ ਵੀ ਲੜੀ ਸੀ ਔਰ ਉਹਦੇ ਬਾਵਜੂਦ ਨਤੀਜੇ ਕਿਸ ਕਿਸਮ ਦੇ ਆਏ ਆ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਰਲ ਕੇ ਇਲੈਕਸ਼ਨ ਲੜਨੀ ਨਹੀਂ ਹੈ ਪਰ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਸਪੈਸ਼ਲੀ ਬਹੁਜਨ ਸਮਾਜ ਪਾਰਟੀ ਨਹੀਂ ਹੈ ਇੱਕ ਕਹਿ ਲਓ ਵੀ ਲੀਡਰ ਹੈ ਬੀਬੀ ਮਾਇਆਵਤੀ ਉਹਨੇ ਕਿਹੜੇ ਵੇਲੇ ਕਿਹਦੇ ਨਾਲ ਚਲੇ ਜਾਣਾ ਕਿਉਂਕਿ ਉਹ ਸਿਰਫ ਤੇ ਸਿਰਫ ਐਕਸਪਲੋਇਟ ਕਰਦੀ ਆ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਧੁਰਾ ਆ
ਸਿੱਧੇ ਤੌਰ ਤੇ ਜਾਤ ਨਾਲ ਜੁੜਿਆ ਹੋਇਆ। ਉਹ ਭਾਵੇਂ ਬਹੁਜਨ ਦੀ ਗੱਲ ਕਰਦੇ ਆ, ਪਰ ਇੱਕ ਜਾਤ ਆਧਾਰਿਤ ਰਾਜਨੀਤੀ ਹੈ। ਤੇ ਉਹ ਕਦੋਂ ਐਡਾ ਵੱਡੇ ਪੱਧਰ ਦੇ ਉੱਤੇ ਉਹਨੇ ਕਦੋਂ ਕਿਹਦੇ ਨਾਲ ਸਮਝੌਤਾ ਕਰ ਦੇਣਾ। ਭਾਰਤੀ ਜਨਤਾ ਪਾਰਟੀ ਨਾਲ ਵੀ ਲਗਾਤਾਰ ਸਾਂਝ ਦਾ ਇੱਕ ਪੂਰੀ ਦਾ ਪੂਰਾ ਇਤਿਹਾਸ ਹੈ ਬਹੁਜਨ ਸਮਾਜ ਪਾਰਟੀ ਦਾ। ਇਹ ਕੁਝ ਖਤਰੇ ਨੇ ਅਸਲ ਦੇ ਵਿੱਚ ਜਿਹੜੇ ਸਥਾਨਕ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਆ, ਇਹਨਾਂ ਨੂੰ ਮੁੜ ਕੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਮੌਕਾ ਦੇ ਸਕਦੇ ਆ ਤੇ ਇਹਨੂੰ ਕੰਟੀਨਿਊ ਕਰਨ ਦਾ ਮੌਕਾ ਦੇ ਸਕਦੇ ਆ। ਪਰ ਇੱਕ ਉਮੀਦ ਇਹ ਹੈ ਵੀ ਸਪੈਸ਼ਲੀ ਜਿਹੜਾ ਕਿਸਾਨ ਅੰਦੋਲਨ ਹੈ, ਉਹਦੀ ਜਿਹੜੀ ਕਰਮ ਭੂਮੀ ਆ ਪੰਜਾਬ ਹਰਿਆਣਾ ਤੋਂ ਬਾਅਦ ਜਿਹੜੀ ਆ ਸਭ ਤੋਂ ਜ਼ਿਆਦਾ ਬਣੀ ਹੋਈ ਆ ਉੱਤਰ ਪ੍ਰਦੇਸ਼ ਬਣੀ ਹੋਈ ਹੈ, ਤੇ ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ। ਤੇ ਇਹ ਲੱਗਦਾ ਹੈ ਕਿ ਜਿਵੇਂ ਪੰਚਾਇਤ ਚੋਣਾਂ ਦੇ ਨਤੀਜੇ ਵੀ ਆਏ ਆ, ਤੇ ਉਹ ਲੱਗਦਾ ਹੈ ਕਿ ਸ਼ਾਇਦ ਕਿਸਾਨ ਅੰਦੋਲਨ ਵੀ ਕਿਤੇ ਨਾ ਕਿਤੇ ਉੱਤਰ ਪ੍ਰਦੇਸ਼ ਦੀ ਜਿਹੜੀ ਅਗਲੀ ਇਲੈਕਸ਼ਨ ਪੋਲਿਟਿਕਸ ਹੈ ਉਹਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਾਵੇਂ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਨਤੀਜੇ ਹੈ ਉਹਦੇ 'ਚ ਕਿਸਾਨ ਅੰਦੋਲਨ ਸਪੈਸ਼ਲ ਫੈਕਟਰ ਨਹੀਂ ਸੀ ਜਾਂ ਪ੍ਰਮੁੱਖ ਫੈਕਟਰ ਨਹੀਂ ਸੀ, ਉੱਥੇ ਬਹੁਤ ਕਹਿ ਲਓ ਵੀ ਪਰਸੈਂਟੇਜ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ 1% ਤੱਕ ਸ਼ਾਇਦ ਅਸਰ ਰਿਹਾ ਹੋਵੇ ਕਿਸਾਨ ਅੰਦੋਲਨ ਦਾ। ਪਰ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜਿਹੜਾ ਫੈਕਟਰ ਹੈ ਕਿਸਾਨ ਅੰਦੋਲਨ ਦਾ, ਉਹ ਇੱਕ ਵੱਡਾ ਅਸਰ ਪਾਏਗਾ। ਤੇ ਇਸ ਗੱਲ ਦਾ ਫਿਕਰ ਸ਼ਾਇਦ ਉਹਨਾਂ ਨੂੰ ਹੈ, ਤਾਂ ਹੀ ਉਹਨਾਂ ਨੇ ਕੋਵਿਡ ਦੇ ਨਾਂ ਦੇ ਉੱਤੇ ਵੀ ਕੋਵਿਡ ਨਾਲ ਕਿੱਦਾਂ ਸਿੱਝਿਆ ਜਾਣਾ ਹੈ, ਜਾਂ ਜਿਹੜੀਆਂ ਦਰਿਆਵਾਂ 'ਚ ਬਹਿੰਦੀਆਂ ਹੋਈਆਂ ਲਾਸ਼ਾਂ ਆ ਇਹਦਾ ਕੀ ਅਸੀਂ ਲੌਜਿਕ ਦੇਈਏ ਉਹਦੇ ਤੇ ਦੂਜਾ ਕਿਸਾਨ ਅੰਦੋਲਨ ਨੂੰ ਵੀ ਉਸ ਮੀਟਿੰਗ ਦੇ ਵਿੱਚ ਵਿਚਾਰਿਆ। ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਰਕਾਰ ਦੀ ਜਿਹੜੀ 26 ਮਈ ਤੋਂ ਬਾਅਦ ਕੋਈ ਪਹਿਲ ਕਦਮੀ ਸਾਹਮਣੇ ਆਉਣ ਵਾਲੀ ਹੈ, ਕਿਸਾਨ ਅੰਦੋਲਨ ਨਾਲ ਕਿੱਦਾਂ ਡੀਲ ਕਰੀਏ। ਤੇ ਇਹ ਚੀਜ਼ਾਂ ਨੇ ਕੁਝ ਜਿਹੜੀਆਂ ਸ਼ਾਇਦ ਇਫੈਕਟ ਕਰਨਗੀਆਂ ਉੱਤਰ ਪ੍ਰਦੇਸ਼ ਦੇ ਵਿੱਚ। ਤੇ ਅਸੀਂ ਇਹ ਉਮੀਦ ਕਰਦੇ ਹਾਂ ਵੀ ਲੋਕਾਂ ਦਾ ਜਿਹੜਾ ਮਸਤਕ ਹੈ ਉਹ ਮਸਤਕ ਦੇ ਵਿੱਚ ਇੱਕ ਤੀਜੀ ਅੱਖ ਦਾ ਉਦੈ ਹੋਵੇ। ਉਹ ਜਿਹੜੇ ਚਿਰਾਗ ਬਣਨੇ ਚਾਹੀਦੇ ਆ ਮੱਥੇ ਦੇ ਵਿੱਚ, ਉਹ ਚਿਰਾਗ ਬਣ ਤੇ ਇਸ ਕਿਸਮ ਦੀ ਪੋਲਿਟਿਕਸ ਜਿਹੜੀ ਉਹ ਹਾਰੇ, ਜਿਸ ਕਿਸਮ ਦੀ ਪੋਲਿਟਿਕਸ ਜਿਹੜੀ ਆ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਦਸਾਂਝ ਸਾਹਿਬ, ਆਪਾਂ ਅਗਲੀ ਖਬਰ ਵੱਲ ਵਧੀਏ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਹੋਰ ਯਾਦ ਕਰਾਵਾਂ। ਇੱਕ ਚੰਦਰ ਸ਼ੇਖਰ ਨਾਂ ਦਾ ਬਹੁਜਨ ਸਮਾਜ ਦੇ ਵਿੱਚੋਂ ਇੱਕ ਨੌਜਵਾਨ ਉੱਠਿਆ ਸੀਗਾ, ਉਹਦੀ ਬੜੀ ਚਰਚਾ ਸੀ ਪਿਛਲੇ ਦਿਨੀ, ਪਰ ਅੱਜ ਕੱਲ੍ਹ ਉਹਦਾ ਨਾਂ ਕਿਤੇ ਆ ਨਹੀਂ ਰਿਹਾ। ਉਹ ਮਾਇਆਵਤੀ ਲਈ ਇੱਕ ਵੱਡਾ ਚੈਲੰਜ ਬਣ ਕੇ ਸਾਹਮਣੇ ਆ ਰਿਹਾ ਸੀਗਾ। ਉਹਦੇ ਬਾਰੇ ਕੋਈ ਅਪਡੇਟ ਹੈ ਤੁਹਾਡੇ ਕੋਲ? ਚੰਦਰ ਸ਼ੇਖਰ ਨੇ ਕਾਫੀ ਉੱਥੇ ਯੂਥ ਦੇ ਵਿੱਚ ਜਿਹੜਾ ਆਪਣਾ ਇੱਕ ਪੂਰੀ ਦਾ ਪੂਰਾ ਕਹਿ ਲਓ ਭੱਲ ਬਣਾਈ ਹੈ, ਤੇ ਪਿਛਲੀ ਇਲੈਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਉਹ ਚਰਚਾ ਦੇ ਵਿੱਚ ਰਿਹਾ ਸੀ। ਪਰ ਉਹ ਮਾਇਆਵਤੀ ਲਈ ਚੈਲੰਜ ਬਣਨ ਦੀਆਂ ਗੱਲਾਂ ਅਸੀਂ ਕਰਦੇ ਰਹੇ ਹਾਂ, ਪਰ ਉਹ ਕੋਈ ਸਿਫਤੀ ਕਿਸਮ ਦੀ ਤਬਦੀਲੀ ਜਿਹੜੀ ਆ, ਉਹ ਜਿਹੜੀ ਇਸ ਕਿਸਮ ਦੀ ਪੋਲਿਟਿਕਸ ਹੈ, ਜਿਹੜੀ ਦਲਿਤ ਪੋਲਿਟਿਕਸ ਜਿਹਨੂੰ ਅਸੀਂ ਕਹਿੰਦੇ, ਉਹਦੇ ਚੋਂ ਲਿਆਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਿਆ। ਇਲੈਕਸ਼ਨ ਦੇ ਦੌਰਾਨ ਹੀ ਉਹਦੀ ਕੁਝ ਐਕਟੀਵਿਟੀਜ਼ ਜਿਹੜੀ ਸਾਹਮਣੇ ਆਉਂਦੀ ਹੈ ਰੂਟੀਨ ਦੇ ਵਿੱਚ, ਜੇ ਤੁਸੀਂ ਦਲਿਤ ਰਾਜਨੀਤੀ ਕਰਨੀ ਹੈ ਤੇ ਜੇ ਸਿਰਫ ਤੁਸੀਂ ਉਸੇ ਲੈਵਲ ਦੀ ਰਾਜਨੀਤੀ ਕਰਨੀ ਹੈ ਜਿਸ ਲੈਵਲ ਦੀ ਰਾਜਨੀਤੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੇ ਕੀਤੀ ਹੈ। ਮੇਰਾ ਮੰਨਣਾ ਇਹ ਹੈ ਕਿ ਜਿਹੜਾ ਦਲਿਤ ਕਾਡਰ ਹੈ ਉਹ ਕਿਸੇ ਵੀ ਧਿਰ ਨਾਲ ਜੁੜਿਆ ਹੋਇਆ, ਚਾਹੇ ਉਹ ਬਹੁਜਨ ਸਮਾਜ ਪਾਰਟੀ ਨਾਲ ਜਾਂ ਚੰਦਰ ਸ਼ੇਖਰ ਵਰਗੇ ਜਿਹੜੇ ਇਸ ਤਰ੍ਹਾਂ ਦੇ ਲੀਡਰ ਨੇ, ਉਹ ਬਹੁਤ ਓਨੈਸਟ ਹੈ, ਬਹੁਤ ਜ਼ਿਆਦਾ ਇਮਾਨਦਾਰ ਹੈ। ਮੈਂ ਪੰਜਾਬ ਦੇ ਵਿੱਚ ਵੀ ਦੇਖਦਾ ਕਿ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੇ ਬਹੁਤ ਸਾਰੇ ਗਲਤ ਸਟੈਪ ਚੱਕੇ ਆ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ 10 ਸਾਲ ਤੱਕ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਗਵਰਨਮੈਂਟ ਰਹੀ ਹੈ ਤਾਂ ਉਹਦੇ 'ਚ ਵੀ ਦਲਿਤ ਪੋਲਿਟਿਕਸ ਦਾ ਜਿਹੜਾ ਪੱਤਾ ਖੇਡਿਆ ਬੀਬੀ ਮਾਇਆਵਤੀ ਨੇ ਪੰਜਾਬ ਦੇ ਵਿੱਚ ਇਕੱਲਿਆਂ 117 ਸੀਟਾਂ ਤੇ ਚੋਣ ਲੜਨ ਦਾ, ਉਹ ਸਿੱਧੇ ਤੌਰ ਤੇ ਪੇ ਕਰਦਾ ਰਿਹਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ। ਤੇ ਪਰ ਜਿਹੜਾ ਉਹਨਾਂ ਦਾ ਕਾਡਰ ਹੈ ਜਿਹਦੇ ਤੇ ਮੈਂ ਗੱਲ ਲਿਆਉਣੀ ਚਾਹੁੰਦਾ, ਉਹ ਬੜਾ ਓਨੈਸਟ ਹੈ, ਬਹੁਤ ਇਮਾਨਦਾਰ ਹੈ। ਸ਼ਾਇਦ ਜਿਹੜਾ ਕਮਿਊਨਿਸਟ ਪਾਰਟੀਆਂ ਬਾਰੇ ਅਸੀਂ ਚਰਚਾ ਕਰਦੇ ਰਹਿੰਦੇ ਹਾਂ ਵੀ ਇਹਨਾਂ ਦਾ ਕਾਡਰ ਜਿਹੜਾ ਆ ਲੀਡਰਸ਼ਿਪ 'ਚ ਬਹੁਤ ਸਾਰੇ ਲੋਕਾਂ ਨੇ ਗਲਤੀਆਂ ਕੀਤੀਆਂ ਜਿਹਦੇ ਸਿੱਟੇ ਭੁਗਤ ਰਹੇ ਨੇ ਕਮਿਊਨਿਸਟ ਹਲਕੇ, ਪਰ ਉਹਨਾਂ ਦਾ ਕਾਡਰ ਬਹੁਤ ਓਨੈਸਟ ਵੀ ਆ, ਕਮਿਟਡ ਵੀ ਹੈ, ਇਮਾਨਦਾਰ ਵੀ ਹੈ। ਤੇ ਏਦਾਂ ਬਹੁਜਨ ਸਮਾਜ ਪਾਰਟੀ ਦਾ ਹੇਠਲਾ ਕਾਡਰ ਜਿਹੜਾ ਹੈ ਉਹ ਸ਼ਾਇਦ ਕਮਿਊਨਿਸਟ ਪਾਰਟੀਆਂ ਦੇ ਕਾਡਰ ਤੋਂ ਵੀ ਜ਼ਿਆਦਾ ਕਮਿਟਡ ਹੈ ਤੇ ਇਮਾਨਦਾਰ ਹੈ। ਪਰ ਉੱਥੇ ਅੰਧ ਭਗਤੀ ਵੀ ਆ ਜਾਂਦੀ ਹੈ ਵੀ ਜੋ ਬੀਬੀ ਨੇ ਕਹਿਤਾ, ਮਾਇਆਵਤੀ ਨੇ ਭੈਣ ਜੀ ਨੇ ਕਹਿਤਾ ਅਸੀਂ ਕਰਨਾ। ਤੇ ਇੱਥੇ ਯੂਪੀ ਦੇ ਵਿੱਚ ਉਹਦੇ ਮੁਕਾਬਲੇ ਜਿਹੜੀ ਇੱਕ ਫੋਰਸ ਖੜੀ ਕੀਤੀ ਹੈ ਚੰਦਰ ਸ਼ੇਖਰ ਨੇ, ਉਹ ਫੋਰਸ ਦਿਖਾਈ ਤਾਂ ਦਿੰਦੀ ਹੈ ਕਈ ਵਾਰੀ ਵੀਡੀਓ 'ਚ, ਪਰ ਉਹ ਥੱਲੇ ਗਰਾਊਂਡ ਤੇ ਉਸ ਲੈਵਲ ਦੀ ਫੋਰਸ ਨਹੀਂ ਹੈ ਜਿਹੜੀ ਫੋਰਸ ਮਾਇਆਵਤੀ ਕੋਲ ਹਾਲੇ ਵੀ ਹੈਗੀ ਹੈ। ਸੋ ਕੋਈ ਬਹੁਤ ਵੱਡਾ ਚੈਲੰਜ ਜਿਹੜਾ ਆ ਉਹ ਸ਼ਾਇਦ ਮਾਇਆਵਤੀ ਨੂੰ ਪੇਸ਼ ਨਹੀਂ ਕਰ ਸਕੇ, ਪਰ ਮੈਨੂੰ ਲੱਗਦਾ ਕਿ ਮਾਇਆਵਤੀ ਨੂੰ ਵੀ ਚੈਲੰਜ ਕਿਉਂ ਪੇਸ਼ ਹੋਵੇ। ਉਹ ਚੈਲੰਜ ਚਾਹੀਦਾ ਜਿਹੜੀਆਂ ਅਸਲ ਦੇ ਵਿੱਚ ਜਿਹੜੀਆਂ ਕਾਬਜ਼ ਤੇ ਰਾਣੇ, ਜਿਹੜੀ ਇੱਕ ਪੂਰੀ ਦੀ ਪੂਰੀ ਸੋਚ ਹੈ ਉਹਦੇ ਖਿਲਾਫ ਦਲਿਤ ਤੇ ਪਛੜੇ ਵਰਗਾਂ ਦਾ ਇੱਕ ਪੂਰੇ ਦਾ ਪੂਰਾ ਇੱਕ ਚੁਣੌਤੀ ਦਾ ਜਾਂ ਚੈਲੰਜ ਦਾ ਜਿਹੜਾ ਵਰਤਾਰਾ ਜਿਹੜਾ ਆ ਉਹ ਸਾਡੇ ਸਾਹਮਣੇ ਆਵੇ।
ਉਹ ਦੋ ਜਿਹੜੇ ਕਹ ਲਓ ਇੱਕ ਕਿਸਮ ਦੇ ਪੋਲ ਨੇ ਦਲਿਤ ਰਾਜਨੀਤੀ ਦੇ, ਉਹ ਆਪੋ ਵਿੱਚ ਹੀ ਨਾ ਟਕਰਾਉਣ, ਉਹ ਕਿਤੇ ਨਾ ਕਿਤੇ ਇੱਕ ਸੁਰ ਦੇ ਵਿੱਚ ਆ ਜਾਣ ਤੇ ਇੱਕ ਚੈਲੰਜ ਪੇਸ਼ ਕਰਨ ਜਿਹੜੇ ਕਾਬਜ ਲੋਕ ਨੇ ਸੱਤਾ ਦੇ ਉੱਤੇ ਲਗਾਤਾਰ, ਤਾਂ ਸ਼ਾਇਦ ਕੁਝ ਵੱਖਰੀ ਤਬਦੀਲੀ ਹੋ ਸਕਦੀ ਹੈ। ਉਹਦਾ ਚੰਦਰ ਸ਼ੇਖਰ ਅੱਜ ਕੱਲ੍ਹ ਕਿਤੇ ਐਕਟਿਵ ਦਿਖਾਈ ਨਹੀਂ ਦੇ ਰਹੇ। ਹਾਂ, ਇਹੀ ਮੈਂ ਦੇਖ ਰਿਹਾ ਸੀਗਾ ਦਸਾਂਝ ਸਾਹਿਬ, ਕਈ ਵਾਰ ਇਹੋ ਜਿਹੀਆਂ ਫੋਰਸ ਜਿਹੜੀਆਂ ਨੇ ਉਹ ਸਗੋਂ ਜਿਹੜੀਆਂ ਸੱਤਾ ਵਾਲੀਆਂ ਧਿਰਾਂ ਹੁੰਦੀਆਂ ਉਹਨਾਂ ਦੇ ਹੱਕ 'ਚ ਭੁਗਤ ਜਾਂਦੀਆਂ ਨੇ। ਬੜੇ ਤੱਤੇ ਬਿਆਨ ਆਉਂਦੇ ਨੇ ਪਰ ਉਹਨਾਂ ਦਾ ਨਤੀਜੇ ਕੁਝ ਹੋਰ ਨਿਕਲਦੇ ਨੇ। ਆਪਾਂ ਹੈਦਰਾਬਾਦ ਵਾਲੇ ਅਵੈਸੀ ਭਰਾਵਾਂ ਦਾ ਜ਼ਿਕਰ ਇੱਥੇ ਕਰ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਉਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਬੀਜੇਪੀ ਨੂੰ ਹੀ ਮਦਦ ਕਰ ਜਾਂਦੇ ਨੇ ਜਿੱਦਾਂ ਜਿੱਦਾਂ ਉਹ ਕੰਮ ਕਰਦੇ ਨੇ। ਅਤੇ ਜਦੋਂ ਉਹਨਾਂ ਦੀ ਪੋਲੀਟਿਕਸ ਵੇਖਦੇ ਹਾਂ ਤਾਂ ਉਹ ਦੋ ਵੱਖਰੇ ਵੱਖਰੇ ਐਂਗਲ ਨੇ। ਐਂ ਕਹਿ ਲਓ ਕਿ ਨਾਰਥ ਅਤੇ ਸਾਊਥ ਪੋਲ ਨੇ, ਇੱਕ ਦੂਜੇ ਦੇ ਬੜੇ ਵੱਡੇ ਕ੍ਰਿਟਿਕ ਨੇ, ਪਰ ਜਦੋਂ ਇਲੈਕਸ਼ਨ ਦੇ ਵਿੱਚ ਉਹ ਗੇਮ ਖੇਡਦੇ ਨੇ ਉਹ ਇਸ ਤਰੀਕੇ ਨਾਲ ਖੇਡਦੇ ਨੇ ਕਿ ਉਹਦਾ ਫਾਇਦਾ ਜਿਹੜੀਆਂ ਕਾਬਜ ਧਿਰਾਂ ਉਹ ਹਮੇਸ਼ਾ ਉਠਾ ਜਾਂਦੀਆਂ ਨੇ। ਬਿਲਕੁਲ, ਇਹ ਜਿਹੜੇ ਛੋਟੇ ਛੋਟੇ ਜਿਹੜੇ ਕਹਿ ਲਓ ਵੀ ਇਸ ਤਰ੍ਹਾਂ ਦੇ ਟੁਕੜਿਆਂ ਦੇ ਵਿੱਚ ਜਿਹੜੀ ਪੋਲੀਟਿਕਸ ਹੈ ਨਾ ਜੀ, ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਕਾਬਜ ਧਿਰਾਂ ਉਹਨਾਂ ਨੂੰ ਹੀ ਇੱਕ ਕਿਸਮ ਦਾ ਅਸਿੱਧੇ ਤੌਰ ਦੇ ਉੱਤੇ ਜਿਹੜਾ ਪੇ ਕਰਦੇ ਆ। ਜਿਵੇਂ ਮੈਂ ਜ਼ਿਕਰ ਕੀਤਾ, ਰਿਐਲਿਟੀ ਹੈ ਵੀ ਬਹੁਜਨ ਸਮਾਜ ਪਾਰਟੀ ਨੇ ਪੰਜਾਬ 'ਚ ਜਿਹੜੀ ਖੇਡ ਖੇਡੀ ਹੈ, ਕਿਸੇ ਵੇਲੇ ਬਹੁਜਨ ਸਮਾਜ ਪਾਰਟੀ ਜਿਹੜੀ ਹੈ BSP ਪੰਜਾਬ ਦੇ ਵਿੱਚ ਇੱਕ ਪ੍ਰਮੁੱਖ ਧਿਰ ਬਣਦੀ ਜਾ ਰਹੀ ਸੀ। 9 MLA ਜਦੋਂ ਪਹਿਲੀ ਵਾਰ ਜਿੱਤੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ, ਤੇ ਉਦੋਂ ਇੱਕ ਦਿਖਾਈ ਦੇ ਰਿਹਾ ਸੀ ਵੀ ਪੰਜਾਬ ਦੀ ਜਿਹੜੀ ਚੁਣਾਵੀ ਪੋਲੀਟਿਕਸ ਜਿਹੜੀ ਹੈ ਉਹਦੇ 'ਚ ਇੱਕ ਵੱਡੀ ਤਬਦੀਲੀ ਜਿਹੜੀ ਆ ਉਹ ਆ ਰਹੀ ਹੈ। ਪਰ ਫਿਰ ਅਚਾਨਕ ਕੀ ਹੋ ਗਿਆ? ਅਚਾਨਕ ਇਹ ਹੋ ਗਿਆ ਕਿ ਉਹ ਫਿਰ ਸਿਰਫ ਤੇ ਸਿਰਫ ਜਿਹੜੀ ਇੱਕ ਕਿਸਮ ਦੀ ਸੁਪਰੀਮ ਤਾਕਤ ਹੈ ਬਹੁਜਨ ਸਮਾਜ ਪਾਰਟੀ, ਕਿਸੇ ਵੇਲੇ ਕਾਂਸ਼ੀ ਰਾਮ ਹੁੰਦੇ ਸੀ, ਕਾਂਸ਼ੀ ਰਾਮ ਨੂੰ ਵੀ ਕਿੱਦਾਂ ਸਾਈਡ ਤੇ ਕੀਤਾ ਗਿਆ ਆਖਰੀ ਉਮਰ ਦੇ ਵਿੱਚ, ਜਦੋਂ ਉੱਤਰ ਪ੍ਰਦੇਸ਼ ਦੇ ਉਹ ਮੁੱਖ ਮੰਤਰੀ ਬਣਦੇ ਜਿਹੜੇ ਦਾਅਵੇਦਾਰ ਸੀਗੇ, ਤੇ ਕਿਵੇਂ ਅਚਾਨਕ ਹੀ ਹਸਪੀਟਲ ਚੋਂ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਮੁੱਖ ਮੰਤਰੀ ਬੀਬੀ ਮਾਇਆਵਤੀ ਬਣ ਗਏ। ਤੇ ਬੀਬੀ ਮਾਇਆਵਤੀ ਨੇ ਜਿਹੜੀ ਪੰਜਾਬ 'ਚ ਖੇਡ ਖੇਡੀ ਆ 10 ਸਾਲ, ਜਿਹੜਾ ਮੈਂ ਜ਼ਿਕਰ ਕੀਤਾ ਜਿਹਦੇ ਤੁਸੀਂ ਵੀ ਗਵਾਹ ਹੋ, ਉਹਨਾਂ ਨੇ 117 ਦੀ 117 ਸੀਟਾਂ ਤੇ ਚੋਣ ਲੜੀ ਹੈ। ਜਿਹੜੀ ਦਲਿਤ ਵੋਟ ਜਿਹੜੀ ਹੈ ਉਹਨੂੰ ਕਿਵੇਂ ਇੱਕ ਖਾਨੇ 'ਚ ਵੰਡ ਦਿੱਤਾ ਗਿਆ, ਤੇ ਅਕਾਲੀ ਦਲ ਤੇ BJP ਦੀ ਗੱਠਜੋੜ ਨੂੰ ਜਿੱਤਣ 'ਚ ਕਿੰਨੀ ਹੈਲਪ ਹੋਈ ਹੈ। ਮੇਰੇ ਕੋਲ ਇਹ ਕੋਈ ਇਦਾਂ ਦੀਆਂ ਜਾਣਕਾਰੀਆਂ ਨਹੀਂ ਹੈ ਵੀ ਮੈਂ ਪ੍ਰੂਫ ਦੇ ਤੌਰ ਤੇ ਪੇਸ਼ ਕਰ ਸਕਾਂ, ਪਰ ਚਰਚਾ ਇਹ ਰਹੀ ਹੈ ਕਿ ਉਹ ਬਕਾਇਦਾ 117 ਦੀ 117 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਮਤਲਬ ਹੀ ਇਹ ਸੀ ਵੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਜਿੱਤਣ ਦਾ ਜਿਹੜਾ ਮੌਕਾ ਜਿਹੜਾ ਮੁਹੱਈਆ ਕਰਵਾ ਦਿੱਤਾ ਜਾਏ। ਇਹਦਾ ਮਤਲਬ ਸੌਦੇਬਾਜ਼ੀ ਹੈ। ਸੋ ਜੇ ਦਲਿਤ ਪੋਲੀਟਿਕਸ ਹੋਵੇ ਚਾਹੇ ਕੋਈ ਵੀ ਪੋਲੀਟਿਕਸ ਹੋਵੇ, ਜਦੋਂ ਸੌਦੇਬਾਜ਼ੀ ਦੀ ਸਿਆਸਤ ਹੁੰਦੀ ਹੈ ਤੇ ਉਹਦੇ ਵਿੱਚੋਂ ਓਵੈਸੀ ਬਣ ਕੇ ਲੋਕ ਵੀ ਆਉਂਦੇ ਆ। ਜਦੋਂ ਬੋਲਦੇ ਨੇ, ਟੈਲੀਵਿਜ਼ਨ ਦੀ ਸਕਰੀਨ ਤੇ ਆਉਂਦੇ ਨੇ, ਲੱਗਦਾ ਹੈ ਕਿ ਇਹਨਾਂ ਤੋਂ ਵੱਡਾ ਵਿਰੋਧੀ ਕੋਈ ਹੋ ਹੀ ਨਹੀਂ ਸਕਦਾ ਭਾਰਤੀ ਜਨਤਾ ਪਾਰਟੀ ਦਾ ਜਾਂ ਨਰਿੰਦਰ ਮੋਦੀ ਦਾ। ਉਹਨਾਂ ਦਾ ਜਿਹੜਾ ਬਿਹੇਵ ਹੈ ਇਲੈਕਸ਼ਨ ਦੇ ਵਿੱਚ ਜਦੋਂ ਉਹ ਜਾਂਦੇ ਨੇ, ਉਹ ਫਿਰ ਉਹ ਜਿੱਥੇ ਉਹਨਾਂ ਦੀ ਤਾਕਤ ਵੀ ਨਹੀਂ ਹੁੰਦੀ, 1000-2000 ਵੋਟਾਂ ਲੈਣ ਦੀ ਤਾਕਤ ਇੱਕ ਸੀਟ ਤੇ ਹੁੰਦੀ ਹੈ, ਉੱਥੇ ਵੀ ਆਪਣੇ ਉਮੀਦਵਾਰ ਖੜੇ ਕਰ ਦਿੰਦੇ ਆ। ਤਾਂ ਫਿਰ ਸਾਫ਼ ਹੈ ਵੀ ਉੱਥੇ ਜਿਹੜੀ ਓਪੋਜੀਸ਼ਨ ਨੂੰ ਵੋਟ ਪੈਣੀ ਹੈ, ਜਿਹੜੀ ਐਂਟੀ ਇਨਕੰਬੈਂਸੀ ਦੇ ਰੂਪ ਦੇ ਵਿੱਚ, ਉਹਦੇ 'ਚ ਇੱਕ ਕਿਤੇ ਨਾ ਕਿਤੇ ਉਹ ਘਾਟ ਮਾਰਦੇ ਆ। ਤੇ ਜਿਸ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਾਂ ਹਕੂਮਤੀ ਧਿਰ 150 ਵੋਟਾਂ ਨਾਲ ਜਿੱਤਦੀ ਹੋਵੇ, ਬਿਲਕੁਲ ਥੋੜੇ ਮਾਰਜਨ ਨਾਲ 1000 ਵੋਟਾਂ ਨਾਲ ਜਿੱਤਦੀ ਹੋਵੇ, ਉੱਥੇ ਏਦਾਂ ਦੀ ਧਿਰ ਜੇ 1000-2000 ਵੋਟ ਲੈ ਜਾਂਦੀ ਹੈ ਤਾਂ ਸਮਝ ਆ ਜਾਂਦੀ ਹੈ ਵੀ ਇਹ ਲੋਕ ਉੱਥੇ ਕਿਉਂ ਖੜੇ ਹੁੰਦੇ ਆ। ਸੋ ਇਹ ਚੀਜ਼ਾਂ ਵੀ ਸਮਝਣ ਦੀ ਜ਼ਰੂਰਤ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੈ, ਇਲਾਕੇ ਦੇ ਨਾਂ ਤੇ ਰਾਜਨੀਤੀ ਹੈ, ਇਹ ਰਾਜਨੀਤੀ ਜਿਹੜੀ ਹੈ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਦਾਂ ਜਿੱਦਾਂ ਹੋਰ ਤੇਜ਼ ਹੁੰਦੀ ਹੈ, ਉਦਾਂ ਜਿਹੜਾ ਲੋਕਾਂ ਦਾ ਕਾਫੀਆ ਵੀ ਤੰਗ ਹੋਰ ਹੁੰਦਾ ਹੈ ਤੇ ਖਤਰਨਾਕ ਵੀ ਖੇਡ ਹੁੰਦੀ ਜਾਂਦੀ ਹੈ। ਜੀ ਦਸਾਂਝ ਸਾਹਿਬ, ਆਪਾਂ ਥੋੜੀ ਜਿਹੀ ਹੋਰ ਗੱਲ ਕਰੀਏ। ਭਾਰਤੀ ਜਨਤਾ ਪਾਰਟੀ ਦੇ ਜਦੋਂ ਸਾਹਮਣੇ ਆਉਣ ਨਾਲ ਹਾਲਾਂ ਵਾਜਪਾਈ ਦੇ ਵੇਲੇ ਇੱਕ ਅੱਛਾ ਪ੍ਰਭਾਵ ਗਿਆ ਸੀਗਾ ਕਿ ਇੱਕ ਵੱਖਰੀ ਧਿਰ ਵੀ ਹੈਗੀ ਆ ਜਿਹੜੀ ਕਰਪਟ ਕਾਂਗਰਸ ਤੋਂ ਅਲੱਗ ਤਰ੍ਹਾਂ ਦੀ ਰਾਜਨੀਤੀ ਕਰਕੇ ਦੇਸ਼ ਨੂੰ ਕੁਝ ਅੱਗੇ ਲਿਜਾ ਸਕਦੀ ਆ। ਪਰ ਜਿਹੜਾ ਇਹ ਮੋਦੀ ਯੁੱਗ ਆਇਆ ਜੀ, ਜਿਸ ਤਰੀਕੇ ਨਾਲ ਆਪਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਹਾਂ, ਬੜੀਆਂ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਪਿਛਲੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ, ਤੇ ਉਸ ਤੋਂ ਬਾਅਦ ਲੋਕਾਂ ਨੇ ਹੋਰ ਤਾਕਤ ਦੇ ਦਿੱਤੀ ਤੇ ਹੁਣ ਉਹ ਬਿਲਕੁਲ ਹੀ ਨੰਗੇ ਧੜ ਹੋ ਕੇ ਸਾਰਾ ਕੁਝ ਜਿਹੜਾ ਤਾਣਾ ਬਾਣਾ ਉਹਨੂੰ ਨਾ ਸਿਰਫ ਉਲਝਾਉਣ 'ਚ ਸਗੋਂ ਉਹਨੂੰ ਤਹਿਸ ਨਹਿਸ ਕਰਨ ਵਾਲੇ ਪਾਸੇ ਤੁਰ ਪਏ ਨੇ। ਆਮ ਤੌਰ 'ਤੇ ਇਹ ਹੁੰਦਾ ਹੈ ਕਿ ਪੋਲੀਟੀਕਲ ਪਾਰਟੀ ਅਲੱਗ ਚੀਜ਼ ਰਹਿੰਦੀ ਆ ਤੇ ਜਿਹੜੀ ਸਰਕਾਰ ਬਣਦੀ ਆ, ਕੈਬਨਿਟ ਭਾਵੇਂ ਉਹ ਸੇਮ ਪਾਰਟੀ ਦੀ ਹੁੰਦੀ ਆ, ਉਹ ਅਲੱਗ ਹੁੰਦੀ ਆ। ਪਰ ਇੱਥੇ ਥੋੜ੍ਹੀ ਉਲਟੀ ਗੰਗਾ ਵਹਿ ਰਹੀ ਆ
ਕਿ ਜਿਹੜੀ ਪੋਲੀਟੀਕਲ ਪਾਰਟੀ ਆ, ਜਿਹੜੇ ਉਹਦੇ ਬੁਲਾਰੇ ਨੇ, ਜਦੋਂ ਉਹ ਕੋਈ ਗੱਲ ਆ ਕੇ ਕਰਦੇ ਨੇ ਟੀਵੀ ਸਕਰੀਨ ਤੇ ਪੂਰੀ ਦੀ ਪੂਰੀ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਇੱਕ ਇਹਨਾਂ ਦਾ ਬੜਾ ਚਰਚਿਤ ਹੈ ਜੀ, ਸੰਬਿਤ ਪਾਤਰਾ ਨਾਂ ਦਾ ਇਹਨਾਂ ਦਾ ਬੁਲਾਰਾ, ਨੈਸ਼ਨਲ ਬੁਲਾਰਾ ਉਹਨੂੰ ਕਹਿੰਦੇ ਨੇ, ਡਾਕਟਰ ਹੈ ਵੈਸੇ ਪੇਸ਼ੇ ਵਜੋਂ ਉਹ। ਤੇ ਉਸ ਵਿਅਕਤੀ ਨੇ ਜਿਹੜਾ ਟਵਿੱਟਰ ਨਾਲ ਇੱਕ ਪੰਗਾ ਪਾਇਆ ਆ ਕਿ ਜਿਹਨੂੰ ਬੜਾ ਪਿੱਛੇ ਚਰਚਾ ਕੀਤਾ ਸੀ, ਉਹ ਲੜਕੀ ਦਿਸ਼ਾ ਦੇ ਨਾਂ ਦੇ ਉੱਤੇ ਵੀ ਟੂਲ ਕਿੱਟ ਵਾਲਾ ਮਾਮਲਾ, ਉਹਨੂੰ ਲੈ ਕੇ ਜਿਹੜੇ ਵੱਡੇ ਪਲੇਟਫਾਰਮ ਨੇ ਉਹਦੇ ਨਾਲ ਸਰਕਾਰ ਦੀ ਜਿਹੜੀ ਅਣਬਣ ਹੋਣੀ ਸ਼ੁਰੂ ਹੋ ਗਈ ਆ। ਔਰ ਹੁਣ ਟਵਿੱਟਰ ਦੇ ਆਫਿਸ ਦੇ ਵਿੱਚ ਜਿਹੜੇ ਆ ਉਹ ਛਾਪੇ ਪੈਣੇ ਸ਼ੁਰੂ ਹੋ ਗਏ ਆ, ਜਾਂ ਇੰਝ ਕਹਿ ਲਓ ਕਿ ਉਹਨਾਂ ਨੂੰ ਦਬਕਾਉਣ ਦੀ ਜਾਂ ਡਰਾਉਣ ਦੀ ਜਿਹੜੀ ਸਰਕਾਰੀ ਸਾਜ਼ਿਸ਼ ਹੋ ਰਹੀ ਆ। ਬਹੁਤ ਸਾਰੇ ਲੋਕੀ ਤਾਂ ਅੱਜ ਦਿਨ ਇਹ ਵੀ ਚਰਚਾ ਕਰਦੇ ਰਹੇ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਆ ਕਿ ਜਿੱਦਾਂ ਚਾਈਨੀ ਐਪ ਬੰਦ ਹੋਏ ਸੀਗੇ, ਟਵਿੱਟਰ, ਫੇਸਬੁੱਕ ਅਤੇ ਵਟਸਐਪ ਵਗੈਰਾ ਵੀ ਭਾਰਤ ਵਿੱਚ ਚਾਹੇ ਕੁਝ ਸਮੇਂ ਲਈ ਬੰਦ ਹੋਣ। ਮੈਨੂੰ ਪਤਾ ਹੈ ਕਿ ਇੰਟਰਨੈਸ਼ਨਲ ਪ੍ਰੈਸ਼ਰ ਦੇ ਅੱਗੇ ਇਹ ਨਹੀਂ ਖੜ ਸਕਦੇ, ਪਰ ਇਸ ਤਰੀਕੇ ਦਾ ਰੌਂ ਸਰਕਾਰ ਦਾ ਨਜ਼ਰ ਆ ਰਿਹਾ ਹੈ ਕਿ ਟਵਿੱਟਰ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਹੁਣ ਇਹ ਪੰਗੇਬਾਜ਼ੀ ਸ਼ੁਰੂ ਕੀਤੀ ਆ। ਇਸ ਸੰਦਰਭ 'ਚ ਥੋੜ੍ਹੀ ਜਿਹੀ ਗੱਲ ਤੁਸੀਂ ਦੱਸਣਾ ਹੋ ਕਿ ਇਹ ਸੰਬਿਤ ਪਾਤਰਾ ਹਰਾਂ ਨੇ ਟੂਲ ਕਿੱਟ ਵਾਲਾ ਮਾਮਲਾ ਹੈ ਕੀ, ਤੇ ਉਹਦੇ ਤੋਂ ਕੀ ਕੱਢਣਾ ਚਾਹੁੰਦੇ ਆ? ਦੇਖੋ, ਮਾਮਲਾ ਤਾਂ ਇਹ ਹੈ ਕਿ ਤੁਸੀਂ ਪੋਲੀਟੀਕਲੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਦੇ 'ਚ ਜਿੱਦਾਂ ਤੁਸੀਂ ਸੰਬਿਤ ਪਾਤਰਾ ਦਾ ਜ਼ਿਕਰ ਕੀਤਾ, ਇਹ ਉਹਨਾਂ ਦਾ ਕੌਮੀ ਬੁਲਾਰਾ ਹੈ, ਖਾਸ ਤੌਰ 'ਤੇ ਟੈਲੀਵਿਜ਼ਨ ਚੈਨਲਾਂ ਲਈ ਇਹਨੂੰ ਰੱਖਿਆ ਹੋਇਆ। ਟੈਲੀਵਿਜ਼ਨ ਚੈਨਲਾਂ ਦੀਆਂ ਬਹੁਤੀਆਂ ਬਹਿਸਾਂ ਦੇ ਵਿੱਚ ਜਿਹੜਾ ਆ ਇਹ ਭਾਰਤੀ ਜਨਤਾ ਪਾਰਟੀ ਦਾ ਪੱਖ ਪੇਸ਼ ਕਰਦਾ ਹੈ। ਤੇ ਤੁਹਾਨੂੰ ਯਾਦ ਹੋਏਗਾ ਬਹੁਤ ਸਾਰੇ ਦ੍ਰਿਸ਼ ਸਾਡੇ ਸਰੋਤੇ ਜੇ NDTV ਦੇਖਦੇ ਆ ਤਾਂ ਰਵੀਸ਼ ਕੁਮਾਰ ਵਾਲੇ ਸ਼ੋਅ ਦੇ ਵਿੱਚ ਵੀ ਇਹ ਅਕਸਰ ਜਾਂਦਾ ਰਿਹਾ ਸੀ, ਪਰ ਪਿਛਲੇ 4-5 ਸਾਲ ਤੋਂ ਰਵੀਸ਼ ਕੁਮਾਰ ਦੇ ਸ਼ੋਅ 'ਚ ਨਹੀਂ ਆਉਂਦਾ, ਕਿਉਂਕਿ ਬਹੁਤ ਬੁਰੀ ਤਰ੍ਹਾਂ ਤੱਥਾਂ ਦੇ ਆਧਾਰ ਤੇ ਰਵੀਸ਼ ਕੁਮਾਰ ਹੋਰਾਂ ਨੇ ਸੰਬਿਤ ਪਾਤਰਾ ਜਿਹੜਾ ਆ ਉਹਨੂੰ ਇੱਕ ਕਿਸਮ ਦਾ ਨਿਰੁੱਤਰ ਕੀਤਾ ਸੀ। ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ NDTV ਦਾ ਲਗਭਗ ਬਾਈਕਾਟ ਹੀ ਕਰ ਦਿੱਤਾ ਸੀ। ਡਾਕਟਰ ਸੰਬਿਤ ਪਾਤਰਾ ਆਪਾਂ ਡਾਕਟਰ ਕਹਿੰਦੇ ਆ, ਪਰ ਉਹ ਡਾਕਟਰ ਹੋਣ ਦੇ ਬਿਲਕੁਲ ਵੀ ਲਾਇਕ ਨਹੀਂ ਹੈ। ਜਿਹੜਾ ਟੀਵੀ ਸਕਰੀਨ ਤੇ ਆ ਕੇ ਲੋਕਾਂ ਨੂੰ ਗਊ ਮੂਤਰ ਪੀਣ ਦੀਆਂ ਸਲਾਹਾਂ ਦਿੰਦਾ ਰਿਹਾ ਹੋਵੇ, ਉਹ ਕਾਹਦਾ ਡਾਕਟਰ ਹੈ? ਉਹ ਤੇ ਡਾਕਟਰ ਇਸ ਤਰ੍ਹਾਂ ਦੇ ਬਹੁਤ ਸਾਰੇ ਡਾਕਟਰ ਹਰਸ਼ਵਰਧਨ ਵੀ ਕਹੀ ਜਾਂਦੇ ਆ ਜੀ ਲਗਾਤਾਰ, ਉਹ ਕਿਹੜੇ ਡਾਕਟਰ ਨਹੀਂ ਹੈ? ਉਹ ਸਾਡਾ ਬਿਲਕੁਲ ਸਾਡਾ ਸਿਹਤ ਮੰਤਰੀ ਹੈ। ਤੇ ਉਸੇ ਡਾਕਟਰ ਹਰਸ਼ਵਰਧਨ ਨੂੰ ਜਦੋਂ ਇੱਕ ਦਬਾਅ ਬਣਿਆ ਤੇ ਰਾਮਦੇਵ ਨੂੰ ਚਿੱਠੀ ਲਿਖਣੀ ਪਈ ਜਦੋਂ ਐਲੋਪੈਥੀ ਦੇ ਇਸ਼ੂ ਦੇ ਉੱਤੇ ਰਾਮਦੇਵ ਨੇ ਬਕਵਾਸ ਕੀਤੀ, ਤੇ ਅੱਜ ਫਿਰ 25 ਸਵਾਲ ਖੜੇ ਕਰਤੇ ਐਲੋਪੈਥੀ ਦੇ ਉੱਤੇ ਰਾਮਦੇਵ ਨੇ, ਮਾਫੀ ਮੰਗਣ ਤੋਂ ਬਾਅਦ ਵੀ। ਸੋ ਬੜਾ ਕੁਝ ਇੱਥੇ ਹੋ ਰਿਹਾ ਹੈ। ਇਸ ਤਰ੍ਹਾਂ ਦੇ ਇਹਨਾਂ ਨੇ ਜਮੂਰੇ ਆਪਣੇ ਛੱਡੇ ਹੋਏ ਆ। ਇਹ ਅਸਲ ਦੇ ਵਿੱਚ ਡਾਕਟਰ ਸੰਬਿਤ ਪਾਤਰਾ ਵੀ ਜਮੂਰਾ ਹੀ ਆ ਉਹਨਾਂ ਦਾ। ਟੂਲ ਕਿਟ ਦਾ ਮਾਮਲਾ ਬਹੁਤੀ ਉਸਦੀ ਡਿਟੇਲ 'ਚ ਨਾ ਵੀ ਜਾਈਏ ਤਾਂ ਉਹ ਇਹ ਹੈ, ਟੂਲ ਕਿਟ ਦਾ ਮਤਲਬ ਹੁੰਦਾ ਇੱਕ ਦਸਤਾਵੇਜ਼ ਹੁੰਦਾ ਵੀ ਤੁਸੀਂ ਕੋਈ ਚੀਜ਼ ਜਿਹੜੀ ਪਲਾਨ ਕਰਦੇ ਹੋ ਵੀ ਹਾਂ ਭਵਿੱਖ ਦੇ ਵਿੱਚ ਤੁਸੀਂ ਕੀ ਕਰਨਾ ਆ। ਤੇ ਕਾਂਗਰਸ ਪਾਰਟੀ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ, ਡਾਕਟਰ ਸੰਬਿਤ ਪਾਤਰਾ ਦੇ ਨਾਲ ਸਾਰੀ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਵਾਸਤੇ ਇੱਕ ਟੂਲ ਕਿਟ ਬਣਾਈ ਗਈ ਹੈ। ਇੱਥੇ ਤੱਕ ਉਹਦੇ 'ਚ ਕਿਹਾ ਗਿਆ ਵੀ ਹਾਂ ਕਾਂਗਰਸ ਪਾਰਟੀ ਨੇ ਦਸਤਾਵੇਜ਼ ਹੈ ਇੱਕ ਜਿਹੜਾ ਜਾਰੀ ਕੀਤਾ ਆਪਣੇ ਥੱਲੇ ਹੇਠਲੇ ਵਰਕਰਾਂ ਨੂੰ, ਵੀ ਤੁਸੀਂ ਹੁਣ ਅੱਜ ਤੋਂ ਜਿਹੜਾ ਨਵਾਂ ਵੇਰੀਐਂਟ ਹੈ ਕਰੋਨਾ ਵਾਇਰਸ ਦਾ, ਉਹਨੂੰ ਨਿਊ ਵੇਰੀਐਂਟ ਕਹਿਣ ਦੀ ਥਾਂ ਦੇ ਉੱਤੇ ਮੋਦੀ ਵੇਰੀਐਂਟ ਕਹੋ। ਤੇ ਇਹ ਮਤਲਬ ਭਾਰਤੀ ਜਨਤਾ ਪਾਰਟੀ ਇਹ ਗੱਲ ਉਭਾਰ ਰਹੀ ਹੈ, ਜਦਕਿ ਕਾਂਗਰਸ ਨੇ ਉਹ ਸਾਰੀ ਗੱਲ ਨੂੰ ਰੱਦ ਕੀਤਾ ਵੀ ਅਸੀਂ ਕਿਤੇ ਵੀ ਇਸ ਤਰ੍ਹਾਂ ਦੀ ਟੂਲ ਕਿਟ ਕੋਈ ਜਾਰੀ ਨਹੀਂ ਕੀਤੀ। ਸੋ ਜਿਹੜਾ ਝੂਠ ਤਪਾਨ ਡਾਕਟਰ ਸੰਬਿਤ ਪਾਤਰਾ ਨੇ ਬੋਲਿਆ ਸੀ, ਉਹਦੇ ਤੇ ਇੱਕ ਐਕਸ਼ਨ ਟਵਿੱਟਰ ਨੇ ਲਿਆ ਹੈ। ਤੇ ਉਹ ਟਵਿੱਟਰ ਜਾਂ ਬਾਕੀ ਜਿਹੜੇ ਸੋਸ਼ਲ ਪਲੇਟਫਾਰਮਸ ਨੇ ਉਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ, ਜਦੋਂ ਤੋਂ ਭਾਰਤ ਦੇ ਵਿੱਚ ਕਰੋਨਾ ਦੇ ਨਾਲ ਸਿੱਝਣ ਦੇ ਵਿੱਚ ਨਾਕਾਮੀਆਂ ਸਾਹਮਣੇ ਆਈਆਂ, ਤੇ ਉਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਨਰਿੰਦਰ ਮੋਦੀ ਸਰਕਾਰ ਜਿਹੜੇ ਸੋਸ਼ਲ ਪਲੇਟਫਾਰਮ ਹੈ ਉਹਨਾਂ ਨੂੰ ਦਬਕਾਉਣ ਦੀ ਨੀਤੀ ਤੇ ਚੱਲ ਪਈ ਹੈ। ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ ਦੇ ਵੀ ਕੁਝ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਸੀ। ਉਹਦੇ 'ਚ ਸਰਕਾਰ ਨੇ ਕਿਹਾ ਸੀ ਵੀ ਹਾਂ ਵੀ ਕੁਝ ਸਰਕਾਰ ਦੇ ਖਿਲਾਫ ਕੋਈ ਏਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਫੇਸਬੁੱਕ ਦੇ ਉੱਤੇ ਵੀ ਸਰਕਾਰ ਜਿਹੜੀ ਐਸੇ ਸਥਾਨ ਦੇ ਉੱਤੇ ਨਾਕਾਮ ਹੋ ਰਹੀ ਹੈ ਕਰੋਨਾ ਨਾਲ ਸਿੱਝਣ ਦੇ ਮਾਮਲੇ ਦੇ ਵਿੱਚ। ਤੇ ਬਹੁਤ ਸਾਰੇ ਮੀਡੀਆ ਨੂੰ ਵੀ ਉਹ ਗਾਈਡਲਾਈਨਸ ਜਿਹੜੀਆਂ ਭੇਜੀਆਂ ਸੀ, ਜਾਨੀ ਇੱਕ ਪ੍ਰਭਾਵ ਜਿਹੜਾ ਆ ਸੋਸ਼ਲ ਪਲੇਟਫਾਰਮ ਵੀ ਕਬੂਲ ਰਿਹਾ ਸੀ। ਪਰ ਕਿੰਨੀ ਕੁ ਦੇਰ ਤੱਕ ਤੁਸੀਂ ਆਪਣੇ ਮੀਡੀਆ ਪਲੇਟਫਾਰਮ ਹੈਗੇ ਆ ਦੇਸ਼ ਦੇ ਵਿੱਚ ਜਿਹੜੇ ਸਰਗਰਮ ਨੇ, ਜਿਹਨੂੰ ਅਸੀਂ ਗੋਦੀ ਮੀਡੀਆ ਦਾ ਨਾਂ ਦਿੰਦੇ ਆ, ਉਹਨਾਂ ਨੂੰ ਤਾਂ ਕੰਟਰੋਲ 'ਚ ਕਰ ਲਿਆ ਜਾਂ ਉਹ ਤੁਹਾਡੇ ਕੋਲ ਵਿਕ ਗਏ। ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਇਹ ਪਲੇਟਫਾਰਮ ਹੈ, ਗਲੋਬਲ ਪਲੇਟਫਾਰਮ ਜਿਹੜੇ ਆ, ਇਹਨਾਂ ਨੂੰ ਤੁਸੀਂ ਥੋੜਾ ਬਹੁਤ ਐਡਵਾਈਸ ਦੇ ਤੌਰ ਦੇ ਉੱਤੇ ਥੋੜਾ ਬਹੁਤ ਗੱਲਾਂ ਕਹਿ ਸਕਦੇ ਹੋ, ਪਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਭਾਰਤ ਦੇ ਮੀਡੀਆ ਨੂੰ ਖਰੀਦ ਲਿਆ, ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ, ਸਗੋਂ ਉਹ ਤੁਹਾਨੂੰ ਖਰੀਦਣ ਦੀ ਸਮਰੱਥਾ ਰੱਖਦੇ ਆ।
ਸੋ ਇਸ ਵੇਲੇ ਜਿਹੜਾ ਵਰਲਡ ਕਾਰਪੋਰੇਟ ਦੇ ਨਾਲ ਇੱਕ ਟਕਰਾਅ ਦੀ ਸਿਚੁਏਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੀਜ਼ਾਂ ਆ ਰਹੀਆਂ, ਉਹਦੇ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਕਰਾਅ ਜੇ ਹੋਰ ਵਧਿਆ ਤਾਂ ਮੁਸ਼ਕਲ ਦੀ ਸਥਿਤੀ ਆ ਜਾਏਗੀ ਨਰਿੰਦਰ ਮੋਦੀ ਸਰਕਾਰ ਵਾਸਤੇ, ਕਿਉਂਕਿ ਇਹ ਸਾਰਾ ਕੁਝ ਜਿਹੜੇ ਸੋਸ਼ਲ ਪਲੇਟਫਾਰਮ ਨੇ, ਚਾਈਨਾ ਵਾਲੀ ਜਿਹੜੀ ਆ ਉਹਨੂੰ ਛੱਡ ਦਿਓ ਤੁਸੀਂ, ਓਵਰਆਲ ਜਿਹੜੇ ਬਾਕੀ ਜਿਹੜੇ ਸੋਸ਼ਲ ਪਲੇਟਫਾਰਮ ਨੇ ਉਹ ਵਰਲਡ ਕਾਰਪੋਰੇਟ ਦਾ ਹੀ ਪਾਰਟ ਨੇ। ਤੇ ਜਿਵੇਂ ਰਾਮਦੇਵ ਨੇ ਜੋ ਕੁਝ ਚੀਜ਼ਾਂ ਕਹੀਆਂ ਜਾਂ ਹੁਣ ਫਿਰ ਤੋਂ ਕਹੀਆਂ, 25 ਸਵਾਲ ਖੜੇ ਕੀਤੇ ਉਹਨੇ ਉਹ ਫਾਰਮਾ ਕੰਪਨੀਆਂ ਦੇ ਖਿਲਾਫ, ਤੇ ਫਾਰਮਾ ਕੰਪਨੀਆਂ ਇਸ ਵੇਲੇ ਵਰਲਡ ਕਾਰਪੋਰੇਟ ਦਾ ਜਿਹੜਾ ਸਭ ਤੋਂ ਟੌਪ ਦੀਆਂ ਜਿਹੜੀਆਂ 10 ਜਿਹੜੀਆਂ ਕੰਪਨੀਆਂ ਉਹ ਫਾਰਮਾ ਕੰਪਨੀਆਂ ਵਰਲਡ ਕਾਰਪੋਰੇਟ ਦਾ ਪਾਰਟ ਹੈ। ਕਿੰਨੀ ਕੁ ਦੇਰ ਤੱਕ ਇਸ ਤਰ੍ਹਾਂ ਦਾ ਮਾਹੌਲ ਉਹ ਬਰਦਾਸ਼ਤ ਕਰਨਗੇ? ਸੋ ਇਸ ਟਕਰਾਅ ਦੇ ਵਿੱਚ ਕਈ ਚੀਜ਼ਾਂ ਆਉਣਗੀਆਂ ਤੇ ਡਾਕਟਰ ਸਾਮਿਤ ਪਾਤਰਾ ਹੋਵੇ ਜਾਂ ਸਰਕਾਰ 'ਚ ਬੈਠੇ ਕੁਝ ਲੋਕ ਹੋਣ, ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਵੀ ਤੁਸੀਂ ਜੋ ਭਾਰਤ ਦੇ ਵਿੱਚ ਰਾਜਨੀਤਿਕ ਹਲਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਬਿਹੇਵ ਕਰਦੇ ਹੋ ਜਾਂ ਜਿਹੜਾ ਮੀਡੀਆ ਉਹਦੇ ਨਾਲ ਜੋ ਬਿਹੇਵ ਕਰਦੇ ਹੋ, ਉਹਨੂੰ ਤੁਸੀਂ ਜੇ ਗਲੋਬਲ ਲੈਵਲ ਤੇ ਉਦਾਂ ਹੀ ਇੰਪੋਜ਼ ਕਰੋਗੇ ਜਾਂ ਅਪਲਾਈ ਕਰੋਗੇ ਤਾਂ ਤੁਹਾਡੇ ਖਿਲਾਫ ਹੀ ਕੁਝ ਸਿੱਟੇ ਨਿਕਲਣ ਵਾਲੇ ਆ ਜੀ। ਆਪਾਂ ਪੰਜਾਬ ਦੀਆਂ ਸਿਆਸੀ ਖਬਰਾਂ ਵੱਲ ਪਰਤੀਏ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡੇ ਨਾਲ ਇਹ ਕਰਨਾ ਚਾਹੁੰਦਾ ਹਾਂ ਕਿ ਮਿਲਖਾ ਸਿੰਘ ਦੀ ਤਬੀਅਤ ਅਚਾਨਕ ਜ਼ਿਆਦਾ ਵਿਗੜ ਗਈ ਤੇ ਉਹਨਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ। 2 ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀਕਐਂਡ ਦੇ ਉੱਤੇ ਕਿ ਮਿਲਖਾ ਸਿੰਘ ਹੀਰਾਂ ਨੂੰ ਪੋਜ਼ੀਟਿਵ ਆਏ ਨੇ, ਪਰ ਉਹ ਚੜ੍ਹਦੀ ਕਲਾ 'ਚ ਨੇ। ਉਹਨਾਂ ਕਿਹਾ ਮੈਂ ਅਜੇ ਵੀ ਜੋਗਿੰਗ ਕਰਕੇ ਆਇਆ, ਤੇ ਉਹ ਹਮੇਸ਼ਾ ਕਹਿੰਦੇ ਨੇ ਕਿ ਮੈਂ ਮੈਡੀਸਨ ਦੇ ਸਹਾਰੇ ਘੱਟ ਲਏ ਨੇ ਔਰ ਜੋਗਿੰਗ ਕਰਨ ਨਿਕਲ ਜਾਂਦਾ ਹੈ ਜਦੋਂ ਮੈਨੂੰ ਕੋਈ ਪ੍ਰੋਬਲਮ ਆਵੇ, ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ। ਦੂਜੇ ਪਾਸੇ ਯੂਪੀ ਦੇ ਇੱਕ ਚਰਚਿਤ ਵੱਡੇ ਨੇਤਾ ਆਜ਼ਮ ਖਾਨ ਹੈ ਜੀ ਸਮਾਜਵਾਦੀ ਪਾਰਟੀ ਦੇ, ਉਹਨਾਂ ਦੀ ਹਾਲਤ ਵੀ ਬੜੀ ਗੰਭੀਰ ਦੱਸੀ ਜਾ ਰਹੀ ਆ। ਇਹ ਖਬਰਾਂ ਵੀ ਕਰੋਨਾ ਪੀੜਤ ਜਿਹੜੇ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਉਹਨਾਂ ਬਾਰੇ ਕਾਫੀ ਸਾਰੀਆਂ ਆ ਰਹੀਆਂ ਨੇ ਜੀ। ਦੇਖੋ ਆਜ਼ਮ ਖਾਨ ਬਾਰੇ ਤਾਂ ਗੱਲ ਇਹ ਹੈ ਕਿ ਉਹ ਕਾਫੀ ਦਿਨਾਂ ਤੋਂ ਕਾਫੀ ਕ੍ਰਿਟੀਕਲ ਸਿਚੁਏਸ਼ਨ 'ਚ ਨੇ, ਤੇ ਸੋ ਜਿਹੜਾ ਕਰੋਨਾ ਵਾਇਰਸ ਹੈ ਉਹਦੇ ਬਾਰੇ ਕੋਈ ਕਿੱਦਾਂ ਸੋਚਦਾ ਕਿੱਦਾਂ ਨਹੀਂ ਸੋਚਦਾ। ਬਿਮਾਰੀ ਕੋਈ ਵੀ ਹੋਵੇ ਉਹ ਕਦੇ ਵੀ ਅਮੀਰ ਗਰੀਬ ਨਹੀਂ ਦੇਖਦੀ, ਤੇ ਜਦੋਂ ਖਾਸ ਤੌਰ ਤੇ ਪ੍ਰੈਕਟੀਕਲੀ ਤੁਹਾਨੂੰ ਉਹਨੂੰ ਫੇਸ ਕਰਨਾ ਪੈਂਦਾ ਤਾਂ ਫਿਰ ਇਹ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੇ ਨਾਲ ਇਸ ਹੈਲਥ ਸਿਸਟਮ ਦੇ ਵਿੱਚ ਕਿਸ ਕਿਸਮ ਦਾ ਵਰਤਾਓ ਹੋ ਰਿਹਾ ਜਾਂ ਬਿਹੇਵ ਹੋ ਰਿਹਾ। ਉਹ ਸ਼ਾਇਦ ਬਹੁਤ ਸਾਰੇ ਆਜ਼ਮ ਖਾਨ ਦੇ ਨਾਲ ਬਹੁਤ ਸਾਰੇ ਹੋਰ ਵੀ, ਚਲੋ ਉਹ ਤਾਂ ਸਮਾਜਵਾਦੀ ਪਾਰਟੀ ਦੇ ਆਗੂ ਨੇ, ਈਵਨ ਜਿਹੜੇ ਸਰਕਾਰ 'ਚ ਬੈਠੇ ਲੋਕ ਨੇ ਉਹਨਾਂ ਨੇ ਵੀ ਜਿਹੜੀਆਂ ਤਕਲੀਫਾਂ ਜਿਹੜੀਆਂ ਇਸ ਸਮੇਂ ਦੇ ਦੌਰਾਨ ਜਿਹੜੀਆਂ ਬਰਦਾਸ਼ਤ ਕੀਤੀਆਂ, ਇਲਾਜ ਦੇ ਮਾਮਲੇ 'ਚ ਮੈਂ ਕਹਿ ਰਿਹਾ, ਕੋਈ ਬਿਮਾਰ ਹੋ ਜਾਣਾ ਇਹ ਤਾਂ ਕੋਈ ਵੀ ਹੋ ਸਕਦਾ ਬਿਮਾਰ, ਪਰ ਇਲਾਜ ਦੇ ਮਾਮਲੇ ਦੇ ਵਿੱਚ ਜਦੋਂ ਤੁਸੀਂ ਅਮਲੀ ਰੂਪ ਦੇ ਵਿੱਚ ਸਾਹਮਣਾ ਕਰਦੇ ਹੋ ਉਸ ਹਾਲਾਤ ਦਾ, ਜਦੋਂ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ, ਲੋੜੀਂਦਾ ਇਲਾਜ ਨਹੀਂ ਮਿਲਦਾ, ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਸਧਾਰਨ ਬੰਦੇ ਦੇ ਨਾਂ ਤੇ ਪੋਲਿਟਿਕਸ ਕੀਤੀ ਹੁੰਦੀ ਹੈ, ਅੱਜ ਆਪਣੀ ਹਾਲਤ ਕੀ ਬਣ ਜਾਂਦੀ ਹੈ। ਆਜ਼ਮ ਖਾਨ ਦੇ ਹਵਾਲੇ ਨਾਲ ਤਾਂ ਇੰਨੀ ਕੀ ਗੱਲ ਹੈ। ਚਲੋ ਫਿਰ ਵੀ ਸਾਡੀ ਦੁਆ ਹੈ ਕਿ ਕੋਈ ਵੀ ਬੰਦਾ ਜਿਹੜਾ ਇਸ ਕਰੋਨਾ ਦੀ ਬਿਮਾਰੀ ਨਾਲ ਫੌਤ ਨਾ ਹੋਵੇ, ਉਹ ਸਿਹਤਯਾਬ ਹੋ ਜਾਣ। ਪਰ ਜਿਹੜਾ ਆਪਣਾ ਮਿਲਖਾ ਸਿੰਘ ਹੋਰਾਂ ਦਾ ਮਾਮਲਾ ਆ, ਮਿਲਖਾ ਸਿੰਘ ਹੋਰੀ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਵਾਏ ਗਏ ਨੇ, ਕਾਫੀ ਬਿਹਤਰ ਸੀਗੇ ਉਹ ਕਰੋਨਾ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ। ਉਹਨਾਂ ਦਾ ਜਿਹੜਾ ਬਿਆਨ ਸੀ ਬੜਾ ਪੋਜ਼ਿਟਿਵ ਸੀ, ਭਾਵੇਂ ਕਰੋਨਾ ਪੋਜ਼ਿਟਿਵ ਸੀ, ਪਰ ਜਿਹੜਾ ਇਹ ਪੋਜ਼ਿਟਿਵ ਹੋਣਾ, ਆਪਣੇ ਨਜ਼ਰੀਏ ਦੇ ਵਿੱਚ ਪੋਜ਼ਿਟਿਵ ਹੋਣਾ ਬੜਾ ਇੰਪੋਰਟੈਂਟ ਹੁੰਦਾ। ਪਰ ਇੱਕ ਉਮਰ ਦਾ ਤਕਾਜ਼ਾ ਵੀ ਹੁੰਦਾ। 98 ਸਾਲ ਦੀ ਉਹਨਾਂ ਦੀ ਉਮਰ ਹੈ, ਤੇ ਕੁਝ ਚੀਜ਼ਾਂ ਜਿਹੜੀਆਂ ਜਦੋਂ ਇਦਾਂ ਦੀਆਂ ਵਾਪਰ ਜਾਂਦੀਆਂ, ਭਾਵੇਂ ਅੰਦਰੋਂ ਜਿੰਨਾ ਮਰਜ਼ੀ ਬੰਦਾ ਮਜ਼ਬੂਤ ਹੋਵੇ, ਪਰ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਰੋਜ਼ ਬੰਦਾ ਸੁਣਦਾ ਆ, ਦੇਖਦਾ ਆ ਟੀਵੀ ਸਕਰੀਨ ਤੇ ਜੋ ਕੁਝ ਆ ਰਿਹਾ, ਉਹਦਾ ਇੱਕ ਮਾਨਸਿਕ ਤੌਰ ਦੇ ਉੱਤੇ ਕਈ ਵਾਰੀ ਅਨਕੌਂਸ਼ੀਅਸਲੀ ਜਿਹੜਾ ਕਿਸੇ ਨਾ ਕਿਸੇ ਅਸਰ ਹੁੰਦਾ ਹੈ। ਅਚੇਤ ਤੌਰ ਤੇ ਬੰਦਾ ਉਹ ਪ੍ਰਭਾਵ ਕਈ ਵਾਰੀ ਕਬੂਲਦਾ। ਜਦੋਂ ਉਹਦੇ ਮਨ 'ਚ ਬਹਿ ਗਿਆ ਵੀ ਹਾਂ ਮੈਨੂੰ ਕਰੋਨਾ ਹੋ ਗਿਆ, ਤੇ ਉਹ ਕਰੋਨਾ ਦਾ ਜਿਹੜਾ ਇੱਕ ਅਚੇਤ ਇੱਕ ਪ੍ਰਭਾਵ ਵੀ ਸ਼ਾਇਦ ਹੁੰਦਾ, ਪਰ ਉਹਦੇ 'ਚ ਮੈਨੂੰ ਲੱਗਦਾ ਉਮਰ ਦਾ ਤਕਾਜ਼ਾ ਜ਼ਿਆਦਾ ਹੈ। 98 ਸਾਲ ਦੀ ਉਮਰ ਇੱਕ ਪੂਰੀ ਦੀ ਪੂਰੀ ਸਦੀ ਹੁੰਦੀ ਹੈ, ਤੇ ਸਾਡੀ ਦੁਆ ਹੈ ਕਿ ਉਹ ਫੋਰਟਿਸ ਦੇ ਵਿੱਚੋਂ ਠੀਕ ਹੋ ਕੇ ਵਾਪਸ ਆਪਣੇ ਘਰ ਆਉਣ ਜੀ। ਦਸਾਂਝ ਸਾਹਿਬ, ਪੰਜਾਬ ਦੀਆਂ ਸਿਰਫ ਇੱਕ ਅੱਧੀ ਖਬਰ ਹੋਰ ਕਰਨੀ ਆ, ਟਾਈਮ ਕਾਫੀ ਹੋ ਗਿਆ। ਇੱਕ ਖਬਰ ਜਿਹੜੀ ਆ ਰਹੀ ਆ ਪਿਛਲੇ ਕੁਝ ਦਿਨਾਂ ਤੋਂ ਕਿ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਨੇ ਇੱਕ ਚਿੱਠੀ ਲਿਖੀ ਸੀਗੀ, ਉਹਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਪ੍ਰੈਸ 'ਚ ਵੀ ਆ ਰਹੀਆਂ ਨੇ ਔਰ ਸੋਸ਼ਲ ਮੀਡੀਆ 'ਤੇ ਵੀ ਆ ਰਹੀਆਂ ਨੇ। 2 ਤਰ੍ਹਾਂ ਦੀਆਂ ਧਾਰਨਾਵਾਂ ਇੱਥੇ ਵੀ ਬਣ ਰਹੀਆਂ ਨੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਯੁੱਧ ਦੇ ਦਰਮਿਆਨ ਹੁੰਦਾ ਹੈ, ਭਾਵੇਂ 2 ਮੁਲਕਾਂ ਦਾ ਯੁੱਧ ਹੋਵੇ ਤੇ ਭਾਵੇਂ ਕੋਈ ਅੰਦੋਲਨ ਚੱਲਦਾ ਹੋਵੇ, ਬੈਕਡੋਰ ਡਿਪਲੋਮੇਸੀ ਹਮੇਸ਼ਾ ਡੈਡਲੌਕ ਬਣਨ ਦੇ ਬਾਵਜੂਦ ਵੀ ਚੱਲਦੀ ਰਹਿੰਦੀ ਆ। ਕੁਝ ਲੋਕਾਂ ਦਾ ਮੰਨਣਾ ਇਹ ਆ ਕਿ ਸਰਕਾਰ ਨੇ ਆਪਣੇ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਇਹ ਕਨਵੇ ਕੀਤਾ ਸੀਗਾ ਮੈਸੇਜ ਕਿ ਤੁਸੀਂ ਸਾਨੂੰ
ਇੱਕ ਵਾਰੀ ਦੁਬਾਰਾ ਲਿਖ ਕੇ ਭੇਜੋ ਤੇ ਅਸੀਂ ਤੁਹਾਡਾ ਕੋਈ ਮਸਲਾ ਹੱਲ ਕਰਨ ਨੂੰ ਤਿਆਰ ਹਾਂ। ਤੇ ਵਿਦਨ ਕਿਸਾਨ ਜਥੇਬੰਦੀਆਂ ਵੀ ਇੱਕ ਮੰਥਨ ਚੱਲ ਰਿਹਾ ਹੈ ਕਿ ਜੇਕਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਸਨਮਾਨਜਨਕ ਢੰਗ ਨਾਲ ਇਹਨਾਂ ਨੂੰ ਅਗਰ ਪੋਸਟਪੋਨ ਕਰਾ ਲਿਆ ਜਾਂਦਾ ਹੈ ਘੱਟੋ ਘੱਟ ਉਸ ਸਮੇਂ ਲਈ ਜਦੋਂ ਤੱਕ ਅਗਲੀ ਚੋਣ ਨਹੀਂ ਹੋ ਜਾਂਦੀ ਲੋਕ ਸਭਾ ਦੀ। ਇੱਕ ਤੇ ਧਾਰਨਾ ਇਹ ਚੱਲ ਰਹੀ ਆ। ਦੂਜੇ ਪਾਸੇ ਕੁਝ ਲੋਕ ਜਿਹੜੇ ਨੇ ਜਿਹੜੇ ਪਹਿਲਾਂ ਤੋਂ ਹੀ ਇਸ ਅੰਦੋਲਨ ਨੂੰ ਖਰਾਬ ਕਰਨ ਦੇ ਰਾਹ ਪਏ ਨੇ, ਉਹ ਇਹਨੂੰ ਕਿਸਾਨ ਜਥੇਬੰਦੀਆਂ ਦੀ ਕਮਜ਼ੋਰੀ ਦੇ ਤੌਰ ਤੇ ਜਿਹੜਾ ਉਹ ਪ੍ਰਗਟ ਕਰ ਰਹੇ ਨੇ। ਸੋ ਇਹ ਜਿਹੜੀ ਚੱਲ ਰਹੀ ਡਿਪਲੋਮੈਸੀ ਕਹਿ ਲਓ, ਕਿਉਂਕਿ ਅੰਦੋਲਨ ਦੇ ਵਿੱਚ ਸਿੱਧੀ ਲੜਾਈ ਜਿਹੜੀ ਆ ਉਹ ਡਾਂਗਾ ਸੁੱਟਿਆ ਨਾ ਤੇ ਹੋਣੀ ਨਹੀਂ ਗੱਲਬਾਤ, ਤੇ ਆਖਿਰਕਾਰ ਟੇਬਲ ਟਾਕ ਨਾਲ ਹੀ ਮੁੱਕਣੀ ਆ। ਸੋ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਬੜਾ ਸੰਜਮ ਤੇ ਬੜੇ ਸੰਜੀਦਾ ਤੌਰ ਤੇ ਇਸ ਮੂਵਮੈਂਟ ਨੂੰ ਅੰਦੋਲਨ ਨੂੰ ਚਲਾਇਆ ਤੇ ਉਹਨਾਂ ਨੇ ਪ੍ਰਵਾਹ ਵੀ ਨਹੀਂ ਕੀਤੀ ਇਹਨਾਂ ਲੋਕਾਂ ਦੀ ਜਿਹੜੇ ਉਹਨੂੰ ਖੱਜਲ ਖੁਆਰ ਕਰਨਾ ਚਾਹੁੰਦੇ ਨੇ ਤੇ ਆਪਣੇ ਨਿਸ਼ਾਨੇ ਨੂੰ ਸਿੱਧੇ ਹੋ ਕੇ ਉਹ ਆਪਣਾ ਜਿਹੜਾ ਪਲਾਨ ਆ ਉਹਦੇ ਤੇ ਅਮਲ ਕਰਦੇ ਰਹੇ ਨੇ। ਸੋ ਤੁਹਾਨੂੰ ਇਹਨਾਂ ਦੋਵਾਂ ਧਾਰਨਾਵਾਂ ਚੋਂ ਕਿਹੜੀ ਵੱਧ ਜਿਹੜੀ ਆ ਉਹ ਸੱਚਾਈ ਦੇ ਨੇੜੇ ਲੱਗਦੀ ਆ ਕਿ ਯਥਾਰਥਵਾਦੀ ਪਹੁੰਚ ਜਿਹੜੀ ਕਿਸਾਨ ਜਥੇਬੰਦੀਆਂ ਅਪਣਾ ਰਹੀਆਂ ਨੇ ਉਹ ਠੀਕ ਹੈ, ਜਾਂ ਸਰਕਾਰ ਨੇ ਕੋਈ ਡਿਪਲੋਮੈਟਿਕ ਚੈਨਲ ਦੇ ਥਰੂ ਉਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਆ ਜਾਓ ਹੁਣ ਆਪਾਂ ਤੁਹਾਡੀਆਂ ਆਹ ਗੱਲਾਂ ਮੰਨ ਲੈਂਦੇ ਹਾਂ? ਕੋਈ ਇੱਦਾਂ ਦੀਆਂ ਗੱਲਾਂ ਕਿਆ ਸਰਾਈਆਂ ਲੱਗ ਰਹੀਆਂ ਨੇ, ਕੁਝ ਪੱਕੇ ਤੌਰ ਤੇ ਕਹਿਣਾ ਇਹਦੇ ਬਾਰੇ ਮੁਸ਼ਕਿਲ ਆ। ਪਰ ਤੁਸੀਂ ਕੀ ਸਮਝਦੇ ਹੋ ਐਜ ਏ ਜਰਨਲਿਸਟ? ਤੁਸੀਂ ਕਾਫੀ ਇਹਨਾਂ ਚੀਜ਼ਾਂ ਦੇ ਵਿੱਚ ਵਿਚਰੇ ਹੋ, ਲੰਘਦੇ ਹੋ, ਰੋਜ਼ ਸੁਣਦੇ ਹੋ, ਵੇਖਦੇ ਹੋ। ਤੁਸੀਂ ਕੀ ਸੋਚਦੇ ਹੋ ਵੀ ਕੀ ਇਹ ਬੈਕਡੋਰ ਜਿਹੜੀ ਡਿਪਲੋਮੈਸੀ ਆ ਉਹਦਾ ਅਸਰ ਹੈ, ਜਾਂ ਫਿਰ ਕਿਸਾਨ ਡਰੇ ਹੋਏ ਨੇ, ਜਾਂ ਫਿਰ ਸਰਕਾਰ ਡਰੀ ਹੋਈ ਆ, ਜਾਂ ਫਿਰ ਕਮਜ਼ੋਰੀ ਨਜ਼ਰ ਆ ਰਹੀ ਆ ਦੋਵਾਂ ਧਿਰਾਂ ਦੇ ਪੱਖ ਤੋਂ ਕਿਤੇ ਨਾ ਕਿਤੇ? ਦੇਖੋ ਇਹਦੇ ਚ ਨਾ ਜੀ ਮੈਂ ਸਮਝਦਾ ਵੀ 6 ਮਹੀਨੇ ਹੋ ਜਾਣੇ 26 ਮਈ ਨੂੰ ਦਿੱਲੀ ਦੇ ਬਾਰਡਰਸ ਤੇ ਬੈਠਿਆਂ ਨੂੰ, ਕਿਸਾਨਾਂ ਨੂੰ, ਤੇ 6 ਮਹੀਨੇ ਦਾ ਸਮਾਂ ਹਰਜੀਤ ਜੀ ਕੋਈ ਥੋੜਾ ਸਮਾਂ ਨਹੀਂ। ਆਪਣਾ ਘਰ-ਬਾਰ ਛੱਡ ਕੇ ਜਿਹੜੇ ਲੋਕ ਉੱਥੇ ਬੈਠੇ ਨੇ ਲਗਾਤਾਰ, ਤੇ ਇਹ ਦਾਅਵਾ ਵੀ ਕਰ ਰਹੇ ਨੇ ਵੀ ਜੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ, ਭਾਵੇਂ ਸਾਨੂੰ 2024 ਤੱਕ ਬੈਠਣਾ ਪਵੇ ਤਾਂ ਵੀ ਬੈਠਾਂਗੇ। ਤੇ ਮੇਰਾ ਮੰਨਣਾ ਇਹ ਰਿਹਾ ਹਮੇਸ਼ਾ ਹੀ ਵੀ ਕੋਈ ਵੀ ਅੰਦੋਲਨ ਜਿਹੜਾ ਹੁੰਦਾ ਹੈ ਜਦੋਂ ਇੱਕ ਥਾਂ ਤੋਂ ਸ਼ੁਰੂ ਹੁੰਦਾ ਹੈ ਤੇ ਲਗਾਤਾਰ ਅੱਗੇ ਵੱਧਦਾ ਚਲਾ ਜਾਂਦਾ, ਉਹਦਾ ਰੂਪ ਬਦਲਦੇ ਰਹਿੰਦੇ ਆ। ਮੇਰਾ ਮੰਨਣਾ ਹਾਲੇ ਵੀ ਹੈ ਕਿ ਕਿਸਾਨ ਅੰਦੋਲਨ ਜਿਹੜਾ 6 ਮਹੀਨਿਆਂ ਦੇ ਵਿੱਚ ਇਹਦੇ ਬਹੁਤ ਸਾਰੇ ਰੂਪ ਜਿਹੜੇ ਬਦਲੇ ਆ ਤੇ ਪ੍ਰੈਕਟਿਸ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ। ਕੇਵਲ ਕਾਗਜ਼ੀ ਨਹੀਂ ਹੈ ਨਾ ਇਹ ਅੰਦੋਲਨ, ਜਿਹੜੇ ਕਾਗਜ਼ੀ ਅੰਦੋਲਨ ਹੁੰਦੇ ਆ ਉੱਥੇ ਬਹੁਤ ਚੀਜ਼ਾਂ ਹੋਰ ਤਰ੍ਹਾਂ ਵਾਪਰਦੀਆਂ। ਇਹ ਅੰਦੋਲਨ ਜਨਤਕ ਪੱਧਰ ਤੇ ਹੈ ਤੇ ਧਰਤੀ ਦੇ ਉੱਤੇ ਲੜਿਆ ਜਾ ਰਿਹਾ ਤੇ ਇਸ ਅੰਦੋਲਨ 'ਚ ਬਹੁਤ ਸਾਰੇ ਸਬਕ ਵੀ ਲੀਡਰਸ਼ਿਪ ਲਈ ਵੀ ਹੁੰਦੇ ਆ ਤੇ ਉਹ ਸਬਕ ਜਿਹੜੇ ਲਗਾਤਾਰ ਲੀਡਰਸ਼ਿਪ ਨੇ ਲਏ ਵੀ ਹੈ ਤੇ ਉਹਦੇ ਤੋਂ ਸਿੱਖ ਕੇ ਅੱਗੇ ਵਧੀ ਆ ਲੀਡਰਸ਼ਿਪ। ਤਾਂ ਮੈਂ ਸਮਝਦਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਜਿਹੜੀ ਹੈ ਉਹਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਜਿਹੜਾ ਅੱਗੇ ਵਧਾਇਆ ਗਿਆ, ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦਾ ਟਾਕਰਾ ਕਰਦਿਆਂ ਹੋਇਆਂ, ਇਹ ਵੀ ਆਪਣੇ ਆਪ 'ਚ ਇੱਕ ਮਿਸਾਲ ਹੈ। ਤੇ ਕਿਸਾਨ ਲੀਡਰਸ਼ਿਪ ਵੱਲੋਂ ਚਿੱਠੀ ਲਿਖਣੀ ਜਿਹੜੀ ਆ ਉਹ ਕਮਜ਼ੋਰੀ ਨਹੀਂ ਹੈ, ਸਗੋਂ ਮੈਨੂੰ ਲੱਗਦਾ ਹੈ ਕਿ ਡਿਪਲੋਮੈਟਿਕ ਲੈਵਲ ਦੇ ਉੱਤੇ ਸ਼ਾਇਦ ਸਰਕਾਰ ਤੋਂ ਵੀ ਅੱਗੇ ਆ ਕਿਸਾਨ ਲੀਡਰਸ਼ਿਪ ਜਿਹੜੀ ਹੈ, ਕਿਉਂਕਿ ਉਹ ਕਿਸਾਨ ਲੀਡਰਸ਼ਿਪ ਨੇ ਲਗਾਤਾਰ ਸਰਕਾਰ ਨੂੰ ਲਾਜਵਾਬ ਕੀਤਾ ਹੈ, ਕੋਈ ਮੌਕਾ ਨਹੀਂ ਦਿੱਤਾ। ਜਿਹੜੀਆਂ 11 ਮੀਟਿੰਗਸ ਦਾ ਵੀ ਆਪਾਂ ਜੇ ਜ਼ਿਕਰ ਕਰ ਲਈਏ, ਕੱਲੀ ਮੀਟਿੰਗ ਜਿਹੜੀ ਹੈ ਉਹਦੇ 'ਚ ਵੀ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਜ਼ਿਆਦਾ ਪਰਪੱਕ ਹੋ ਕੇ ਬਾਹਰ ਨਿਕਲ ਕੇ ਆਈ ਹੈ ਸਰਕਾਰ ਦੇ ਮੁਕਾਬਲੇ। ਸਰਕਾਰ ਕੋਲ ਕਿਸੇ ਕਿਸਮ ਦਾ ਲੌਜਿਕ ਨਹੀਂ ਰਿਹਾ, ਇਸੇ ਕਰਕੇ ਸਰਕਾਰ ਬਹਾਨਾ ਲੱਭਦੀ ਆ ਗੱਲਬਾਤ ਦਾ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ, ਜਿਹੜੀ RSS ਦੀ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਜਿਹੜੀ ਮੀਟਿੰਗ ਹੋਈ ਹੈ ਤਾਜ਼ਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਮੌਜੂਦ ਸੀ, ਉਸ ਮੀਟਿੰਗ 'ਚ ਜਿੱਥੇ ਕਰੋਨਾ ਬਾਰੇ ਗੱਲਾਂ ਹੋਈਆਂ ਵੀ ਅਸੀਂ ਕਰੋਨਾ ਤੇ ਬਹੁਤ ਬੁਰੀ ਤਰ੍ਹਾਂ ਨਾਕਾਮ ਹੋ ਗਏ ਆ, ਕਿੱਦਾਂ ਜਾਣਾ ਯੂਪੀ ਦੀ ਇਲੈਕਸ਼ਨ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਨੂੰ ਕਿੱਦਾਂ ਹੁਣ ਡੀਲ ਕਰੀਏ, ਕਿਉਂਕਿ ਉਹ ਵੀ ਇੱਕ ਫੈਕਟਰ ਬਣਨਾ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਪੰਜਾਬ ਦੇ ਵਿੱਚ ਅਗਲੀਆਂ ਇਲੈਕਸ਼ਨ ਜਿਹੜੀਆਂ 8 ਮਹੀਨੇ ਬਾਅਦ ਆ ਰਹੀਆਂ। ਸੋ ਉੱਥੋਂ ਇੱਕ ਗੱਲ ਨਿਕਲ ਕੇ ਆਈ ਹੈ ਕਿ ਸ਼ਾਇਦ 26 ਮਈ ਤੋਂ ਬਾਅਦ ਜਦੋਂ ਬਲੈਕ ਡੇ ਮਨਾ ਰਹੇ ਨੇ ਕਿਸਾਨ, ਤੇ 26 ਮਈ ਤੋਂ ਬਾਅਦ ਇਸ ਚਿੱਠੀ ਦੇ ਜ਼ਰੀਏ, ਜਿਹੜੀ ਚਿੱਠੀ ਕਿਸਾਨ ਲੀਡਰਸ਼ਿਪ ਨੇ ਭੇਜੀ ਹੈ, ਉਹਦਾ ਹਵਾਲਾ ਦੇ ਕੇ ਸ਼ਾਇਦ ਫਿਰ ਤੋਂ ਡਾਇਲੋਗ ਦੀ ਟੇਬਲ ਤੇ ਆਉਣ ਦੀ ਜਿਹੜੀ ਹੈ ਤਿਆਰੀ ਹੈ ਸਰਕਾਰ ਦੀ। ਹੋਰ ਸਰਕਾਰ ਕੋਲ ਰਸਤਾ ਕੋਈ ਨਹੀਂ ਹੈ। 8 ਮਹੀਨੇ ਜਿਹੜੇ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ, ਵਿਧਾਨ ਸਭਾ ਚੋਣਾਂ 'ਚ ਯੂਪੀ 'ਚ ਖਾਸ ਤੌਰ ਦੇ ਉੱਤੇ, ਇਸ ਸਮੇਂ ਦੇ ਦੌਰਾਨ ਕੋਈ ਬਹੁਤ ਵੱਡੀ ਸਖਤੀ ਵਰਤੇਗੀ ਸਰਕਾਰ, ਇਹਦੀ ਸੰਭਾਵਨਾ ਲਗਭਗ ਹੁਣ ਜ਼ੀਰੋ ਹੈ, ਕਿਉਂਕਿ ਬਹੁਤ ਵੱਡੇ ਨੁਕਸਾਨ 'ਚ ਆਏਗੀ ਭਾਰਤੀ ਜਨਤਾ ਪਾਰਟੀ। ਦੂਜੀ ਗੱਲ, ਕਿਸਾਨਾਂ ਦੀ ਕਮਜ਼ੋਰੀ ਕਿੰਨੀ ਕਿ ਉਹ ਤੋਂ ਇਹ ਪਤਾ ਲੱਗ ਜਾਂਦਾ ਵੀ ਕੱਲ ਜਿਹੜਾ ਹਿਸਾਰ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਇਕੱਠੇ ਹੋ ਕੇ
ਹਰਿਆਣੇ ਦੀ ਸਰਕਾਰ ਨੂੰ ਵਕਤ ਪਾਇਆ ਵੀ ਜਿਹੜੇ 350 ਕਿਸਾਨ ਆ ਜਿਹੜੇ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਆ ਵਾਪਸ ਲਓ, ਨਹੀਂ ਤਾਂ ਉਦਾਂ ਦੇ ਪੱਕੇ ਡੇਰੇ ਜਿੱਦਾਂ ਦੇ ਦਿੱਲੀ ਦੇ ਬਾਰਡਰ ਤੇ ਲੱਗੇ ਹਿਸਾਰ 'ਚ ਵੀ ਪੱਕਾ ਡੇਰਾ ਲੱਗ ਜਾਊ। ਤੇ ਹੁਣੇ ਮੇਰੇ ਕੋਲ ਖਬਰ ਆਈ ਹੈ ਵੀ ਸਰਕਾਰ ਨੇ ਮੰਨ ਲਿਆ ਵੀ ਅਸੀਂ ਸਾਰੇ ਮੁਕੱਦਮੇ ਵਾਪਸ ਲੈਂਦੇ ਆ, ਜਾਨੀ ਸਰਕਾਰ ਬੈਕਫੁੱਟ ਤੇ ਆ, ਨਾ ਕਿ ਕਿਸਾਨ ਬੈਕਫੁੱਟ ਤੇ ਆ। ਸੋ ਕਿਸਾਨ ਜਿਹੜੇ ਆ ਉਹ ਬਹੁਤ ਸਿਆਣਪ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਕੱਲੀ ਕੱਲੀ ਚੀਜ਼ ਨੂੰ ਸਮਝ ਰਹੀ ਹੈ। ਵੱਡੀ ਖੂਬਸੂਰਤੀ ਇਸ ਅੰਦੋਲਨ ਦੀ ਇਹ ਹੈ ਵੀ ਜਿਸ ਗੱਲ ਤੇ ਜ਼ੋਰ ਦਿੱਤਾ ਸੀ ਇਸ ਲੀਡਰਸ਼ਿਪ ਨੇ ਵੀ ਸਾਡਾ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ ਹੈ, ਕਿਉਂਕਿ ਮੈਂ ਵੀ ਇਹ ਸਮਝਦਾ ਹਾਂ ਕਿ ਦੁਨੀਆ ਦਾ ਕੋਈ ਵੀ ਇਨਕਲਾਬ ਜਿਹੜਾ ਆ ਬਿਨਾਂ ਅਨੁਸ਼ਾਸਨ ਤੋਂ ਤੇ ਬਿਨਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਨਹੀਂ ਜਿੱਤਿਆ ਜਾ ਸਕਦਾ, ਲਿਆਂਦਾ ਜਾ ਸਕਦਾ, ਖਾਸ ਤੌਰ ਤੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ। ਸੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਹੇਠਲੀ ਉੱਪਰ ਕਰਨ ਦਾ ਸਮਾਂ ਆ ਗਿਆ ਵੀ ਕੋਈ ਹਥਿਆਰਬੰਦ ਲੜਾਈ ਹੈ ਜਾਂ ਤੁਸੀਂ ਬਹੁਤ ਵੱਡੀ ਤਾਕਤ ਦੇ ਤੌਰ ਤੇ। ਸਰਕਾਰ ਦੇ ਸਾਹਮਣੇ ਕੀ ਤਾਕਤ ਹੈ? ਸਾਡੀ ਲੋਕਾਂ ਦੀ ਕੋਈ ਤਾਕਤ ਨਹੀਂ ਸਰਕਾਰ ਦੇ ਸਾਹਮਣੇ। ਸਰਕਾਰ ਦੇ ਸਾਹਮਣੇ ਅਮਨਪੂਰਵਕ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਸੰਘਰਸ਼ ਜਿਹੜੇ ਆ, ਸ਼ਾਂਤੀਪੂਰਨ ਸੰਘਰਸ਼, ਇਹੀ ਤਾਕਤ ਹੈ ਸਾਡੀ। ਤੇ ਇਸ ਤਾਕਤ ਨੇ ਅਲਟੀਮੇਟਲੀ ਰਿਐਕਟ ਕਰਨਾ ਜਾ ਕੇ ਇਲੈਕਸ਼ਨ ਦੇ ਵਿੱਚ, ਤੇ ਇਲੈਕਸ਼ਨ ਦੇ ਵਿੱਚ ਜਦੋਂ ਦਿਖਾਈ ਦਿੰਦਾ ਹੈ ਸਰਕਾਰ ਨੂੰ ਵੀ ਅਸੀਂ ਗਏ, ਉਦੋਂ ਫਿਰ ਉਹ ਬਕਾਇਦਾ ਡਾਇਲੋਗ ਦੇ ਟੇਬਲ ਤੇ ਵੀ ਆਉਂਦੇ ਆ ਤੇ ਬਹੁਤ ਸਾਰੀਆਂ ਗੱਲਾਂ ਮੰਨ ਵੀ ਲੈਂਦੇ ਆ। ਸੋ ਇਤਿਹਾਸ ਤਾਂ ਇਹੀ ਦੱਸਦਾ। ਸੋ ਮੈਂ ਸਮਝਦਾ ਕਿ ਕਿਸਾਨਾਂ ਦੀ ਲੀਡਰਸ਼ਿਪ ਦੀ ਇਹ ਕੋਈ ਕਮਜ਼ੋਰੀ ਨਹੀਂ ਹੈ ਚਿੱਠੀ ਲਿਖਣਾ, ਇਹ ਉਹਨਾਂ ਦੀ ਆਪਣੀ ਇੱਕ ਡਿਪਲੋਮੈਸੀ ਦਾ ਪਾਰਟ ਹੈ, ਸਿਆਣਪ ਹੈ। ਉਸ ਸਿਆਣਪ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹਾਂ ਪੱਖੀ ਨਤੀਜੇ ਸਾਡੇ ਸਾਹਮਣੇ ਲੈ ਕੇ ਆਉਣੇ। ਕਿਸਾਨ ਸਾਹਿਬ, ਜਿਹੜੀ ਗੱਲ ਮੈਂ ਜਾਣਨੀ ਚਾਹੀ ਸੀ ਉਹਦਾ ਸ਼ਾਇਦ ਜਵਾਬ ਮੈਨੂੰ ਅਜੇ ਤੱਕ ਨਹੀਂ ਮਿਲਿਆ ਕਿ ਜਿਹੜੀ ਬੈਕਡੋਰ ਡਿਪਲੋਮੈਸੀ ਹੁੰਦੀ ਆ, ਕੀ ਕਿਤੇ ਸਰਕਾਰ ਦਾ ਤੇ ਸੰਯੁਕਤ ਮੋਰਚੇ ਦਾ ਪਿਛੇ ਪਰਦੇ ਪਿੱਛੇ ਕੁਝ ਤੈਅ ਹੋ ਗਿਆ ਆ ਤਾਂ ਹੀ ਇਹ ਚਿੱਠੀ ਲਿਖਵਾਈ ਗਈ ਆ ਜਾਂ ਲਿਖੀ ਗਈ ਆ? ਪੋਸੀਬਿਲਿਟੀ ਤਾਂ ਕੋਈ ਵੀ ਹੁੰਦੀ ਅਰਜੀਤ ਗਿੱਲ ਜੀ, ਜਿੱਦਾਂ ਤੁਸੀਂ ਕਿਹਾ ਸੀ ਬਈ ਇਸ ਗੱਲ ਤੇ ਵੀ ਸੰਭਾਵਨਾ ਬਣ ਸਕਦੀ ਹੈ, ਕਿਉਂਕਿ ਕਿਸਾਨ ਲੀਡਰਸ਼ਿਪ ਇਸ ਗੱਲ ਤੇ ਖੜੀ ਹੈ ਹਾਲੇ ਵੀ ਅਸੀਂ ਇਹ ਤਿੰਨੇ ਕਾਨੂੰਨ ਜਿਹੜੇ ਆ ਉਹ ਰੱਦ ਕਰਵਾਉਣੇ ਆ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਲੈਣਾ ਹੈ। ਤੇ ਸਰਕਾਰ ਜਿਹੜੀ 1.5 ਸਾਲ ਪਹਿਲਾਂ ਕਹਿੰਦੀ ਸੀ ਅਸੀਂ ਪੋਸਟਪੋਨ ਕਰਨ ਨੂੰ ਤਿਆਰ ਹਾਂ, ਤੇ ਸਰਕਾਰ ਆਪਣੀ ਭੱਲ ਬਚਾਉਣ ਲਈ ਜਾਂ ਖੱਲ ਬਚਾਉਣ ਲਈ, ਕਿਉਂਕਿ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਨਰਿੰਦਰ ਤੋਮਰ, ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਸੀ ਪਿਛਲੀ ਮੀਟਿੰਗ 'ਚ, ਲਾਸਟ ਮੀਟਿੰਗ ਦੇ ਵਿੱਚ ਵੀ ਕਿਸਾਨਾਂ ਦੇ ਨਾਲ, ਵੀ ਤੁਸੀਂ ਆਹ ਲਓ ਜੀ ਆਹ ਸਾਰਾ ਕੁਝ ਕਰਾ ਲਓ, ਜਿਹੜਾ ਤੁਸੀਂ ਇਸ 'ਚੋਂ ਮੱਦ ਖਤਮ ਕਰਨ ਦੀ ਕਰ ਦਿਓ, ਸਾਡੇ ਜਿਹੜੇ ਕਾਨੂੰਨ ਹੈ ਇਹਨੂੰ ਤੁਸੀਂ ਬੇਜਾਨ ਕਰ ਦਿਓ, ਬਸ ਖਾਲੀ ਡੱਬਾ ਸਾਨੂੰ ਦੇ ਦਿਓ। ਪ੍ਰਧਾਨ ਮੰਤਰੀ ਦੀ, ਗ੍ਰਹਿ ਮੰਤਰੀ ਨੇ ਵੀ ਕਿਹਾ, ਜਿਹੜੀ ਆਫ ਦੀ ਰਿਕਾਰਡ ਇੱਕ ਮੀਟਿੰਗ ਹੋਈ ਸੀ ਅਮਿਤ ਸ਼ਾਹ ਦੇ ਨਾਲ ਕਿਸਾਨ ਲੀਡਰਸ਼ਿਪ ਦੀ, ਉਹਨੇ ਵੀ ਕਿਹਾ ਸੀ ਵੀ ਸਾਰਾ ਕੁਝ ਕਰੋ ਪਰ ਨਰਿੰਦਰ ਮੋਦੀ ਦੀ ਇੱਜ਼ਤ ਬਚੀ ਰਹਿਣ ਦਿਓ, ਵੀ ਨਰਿੰਦਰ ਮੋਦੀ ਦਾ ਜਿਹੜਾ ਇਮੇਜ ਆ ਬਣਿਆ ਰਵੇ, ਵੀ ਉਹ ਜੋ ਕਰਦਾ ਹੈ, ਉਹ ਕੋਈ ਚੀਜ਼ ਕੋਈ ਸਟੈਪ ਵਾਪਸ ਨਹੀਂ ਲੈਂਦਾ। ਬਸ ਅਸੀਂ ਇਹ ਕਰ ਲੈਂਦੇ ਆ ਵੀ ਕਾਨੂੰਨ ਜਿਹੜੇ ਪੋਸਟਪੋਨ ਕਰ ਦਿੰਦੇ ਆ 1.5 ਸਾਲ ਤੱਕ। ਬਾਅਦ ਚ ਸਰਕਾਰ ਨੇ ਵੀ ਕਿਹਾ 2 ਸਾਲ ਤੱਕ ਕਰਨ ਨੂੰ ਤਿਆਰ ਆ, ਵੀ ਰੱਦ ਸ਼ਬਦ ਨਾ ਵਰਤੋ, ਉਹਦਾ ਤੁਸੀਂ ਸਾਰਾ ਕੁਝ ਖਾਲੀ ਡੱਬਾ ਸਾਨੂੰ ਦੇ ਦਿਓ। ਤੇ ਕਿਸਾਨਾਂ ਦੀ ਲੀਡਰਸ਼ਿਪ ਨੇ ਕਿਹਾ ਸੀ ਵੀ ਖਾਲੀ ਡੱਬਾ ਵੀ ਤੁਹਾਨੂੰ ਅਸੀਂ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਵੀ ਕਦੋਂ ਤੁਸੀਂ ਫੇਰ ਤੋਂ ਇਸ ਖਾਲੀ ਡੱਬੇ ਦੇ ਵਿੱਚ ਕਈ ਕੁਝ ਭਰ ਦੇਣਾ ਆ, ਇਹਦਾ ਖਤਰਾ ਬਰਕਰਾਰ ਹੈ। ਤੇ ਹੁਣ ਮੈਨੂੰ ਲੱਗਦਾ ਹੈ ਕਿ ਬੈਕਡੋਰ ਜਿਹੜੀ ਪੋਲਿਟਿਕਸ ਤੁਸੀਂ ਗੱਲ ਕਰਦੇ ਆ, ਕਿਉਂਕਿ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਤਾਂ ਸਹਿਮਤੀ ਬਣੇਗੀ ਨਾ। ਮੈਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਤੱਕ ਸਰਕਾਰ ਹੈ ਨਰਿੰਦਰ ਮੋਦੀ ਦੀ, ਸ਼ਾਇਦ ਇਸ ਗੱਲ ਤੇ ਕੋਈ ਨਾ ਕੋਈ ਬੈਕਡੋਰ ਪੋਲਿਟਿਕਸ ਦੇ ਵਿੱਚ ਕੋਈ ਤੈਅ ਹੋ ਗਿਆ ਹੋਵੇ ਵੀ ਆ ਜਾਓ ਫਿਰ ਤੋਂ ਡਾਇਲੌਗ ਤੇ ਆਉਂਦੇ ਆ 26 ਮਈ ਤੋਂ ਬਾਅਦ, ਫਿਰ ਆਪਾਂ ਇਹ ਕਰ ਲੈਂਦੇ ਆ ਵੀ ਜਦ ਤੱਕ ਸਾਡੀ ਸਰਕਾਰ ਹੈ ਉਦੋਂ ਤੱਕ ਬਿਲਕੁਲ ਇਹਨੂੰ ਲਾਗੂ ਨਹੀਂ ਕਰਾਂਗੇ, ਨਵੀਂ ਸਰਕਾਰ ਆਏਗੀ ਉਹ ਦੇਖ ਲਾਂਗੇ ਵੀ ਇਹ ਸਾਰੇ ਕਾਨੂੰਨਾਂ ਦੇ ਉੱਤੇ ਕੀ ਨਵੀਂ ਰਾਏ ਬਣਦੀ ਹੈ, ਕੀ ਸਹਿਮਤੀ ਬਣਦੀ ਹੈ, ਕੀ ਅਸਹਿਮਤੀ ਬਣਦੀ ਹੈ, ਕਿਹਦੀ ਸਰਕਾਰ ਆਉਣੀ ਕਿਹਦੀ ਨਹੀਂ, ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈ। ਸ਼ਾਇਦ ਇਦਾਂ ਦਾ ਕੋਈ ਨਾ ਕੋਈ ਤਾਲਮੇਲ ਜਾਂ ਬਣਾ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਏ, ਨਹੀਂ ਤਾਂ ਜੇ ਉਹ ਨਹੀਂ ਹੱਲ ਕਰਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਆਉਣ ਦਾ ਸਮਾਂ ਭਾਰਤੀ ਜਨਤਾ ਪਾਰਟੀ ਵੀ ਮੁਸ਼ਕਲ ਹੈ। ਤੇ ਜੇ ਮਤਲਬ ਇੱਕ ਜ਼ਿੱਦ ਜਿਹੀ ਫੜੀ ਰੱਖਦੀ ਹੈ ਕਿਸਾਨ ਲੀਡਰਸ਼ਿਪ, ਮੈਂ ਇਹਦੇ 'ਚ ਸਾਡਾ ਦਖਲ ਕੋਈ ਨਹੀਂ ਹੈ, ਪਰ ਇੱਕ ਰਾਹਤ ਜ਼ਰੂਰ ਮਿਲੇਗੀ ਜੇ ਇਸ ਸਰਕਾਰ ਦੇ ਹੁੰਦਿਆਂ ਕਾਨੂੰਨ ਲਾਗੂ ਹੋਣ ਤੋਂ ਰੋਕ ਲਏ ਜਾਣ, ਤੇ ਲਾਜ਼ਮੀ ਤੌਰ ਤੇ ਰਾਹਤ ਹੋਏਗੀ। ਤੇ ਕਿਸਾਨ ਲੀਡਰਸ਼ਿਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਨਵੀਂ ਐਜੀਟੇਸ਼ਨ ਨੂੰ ਜਿਹੜਾ ਕਿਤੇ ਨਾ ਕਿਤੇ ਉਹਨੂੰ ਵਿਉਂਤਣ ਦਾ ਵੀ ਇੱਕ ਨਵਾਂ ਸਮਾਂ ਮਿਲ ਜਾਏਗਾ। ਤੇ ਜਿਹੜੇ ਇਸ ਅੰਦੋਲਨ ਦੌਰਾਨ ਜਿਹੜੇ ਕੁਝ ਸਬਕ ਸਿੱਖੇ ਨੇ ਜਾਂ ਜਿਹੜੇ ਲੋਕ ਜਿਨ੍ਹਾਂ ਤਾਕਤਾਂ ਦਾ ਤੁਸੀਂ ਜ਼ਿਕਰ ਕੀਤਾ, ਅਗਲੀ ਜਿਹੜੀ ਐਜੀਟੇਸ਼ਨ ਹੈ, ਕਿਉਂਕਿ ਇਹ ਐਜੀਟੇਸ਼ਨ ਇੱਥੇ ਮੁੱਕ ਨਹੀਂ ਜਾਣੀ, ਕਿਉਂਕਿ ਇਹ ਕਿਸਾਨਾਂ ਦੀ ਇਕੱਲਿਆਂ ਦੀ ਐਜੀਟੇਸ਼ਨ ਨਹੀਂ ਹੈ, ਜਨ ਅੰਦੋਲਨ ਹੋਰ ਆਉਣੇ ਆ ਸਟੇਟ ਲੈਵਲ ਤੇ ਵੀ ਦਿੱਤੇ, ਉਹ ਕਿੱਦਾਂ ਵਿਉਂਤਣੀ ਹੈ ਤੇ ਇਹਨਾਂ ਖਤਰਿਆਂ ਤੋਂ ਕਿੱਦਾਂ ਬਚਣਾ, ਇਹਦੇ ਲਈ ਵੀ ਸ਼ਾਇਦ ਕਿਸਾਨ ਲੀਡਰਸ਼ਿਪ ਨੂੰ ਤੇ ਬਾਕੀ ਜਿਹੜੀ ਜਨਤਕ ਲੀਡਰਸ਼ਿਪ ਹੈ ਉਹਨੂੰ ਮੌਕਾ ਮਿਲ ਸਕਦਾ ਹੈ।
ਬਿਲਕੁਲ ਤੁਸੀਂ ਕਹਿ ਰਹੇ ਭੱਲ ਜਾਂ ਖੱਲ ਬਚਾਉਣ ਲਈ, ਭੱਲ ਤੇ ਮੇਰੇ ਖਿਆਲ ਹੁਣ ਉਹਨਾਂ ਦੀ ਬਚ ਨਹੀਂ ਰਹੀ ਕਿਤੇ ਵੀ, ਭੱਲ ਵਾਲਾ ਤੇ ਉਹ ਚੈਪਟਰ ਕਲੋਜ਼ ਹੋ ਚੁੱਕਾ। ਖੱਲ ਜ਼ਰੂਰ ਉਹਨਾਂ ਦੀ ਬਹੁਤ ਮੋਟੀ ਆ, ਜਿਹਨੂੰ ਕਹਿੰਦੇ ਮੋਟੀ ਚਮੜੀ ਆ, ਉਹਦੇ ਤੇ ਅਸਰ ਬਹੁਤ ਘੱਟ ਹੁੰਦਾ। ਭੱਲ ਤੇ ਹੁਣ ਉਹਨਾਂ ਦੀ ਕਿਤੇ ਨਾ ਦੇਸ਼ ਨਾ ਵਿਦੇਸ਼ ਕਿਤੇ ਵੀ ਨਹੀਂ ਰਹੀ। ਉਹ ਗੱਲ ਜਿਹੜੀ ਮੋਦੀ ਸਾਹਿਬ ਨੇ ਸ਼ੁਰੂ ਕੀਤੀ ਸੀ, ਉਹਦਾ ਆਪਣੇ ਆਪ ਹੀ ਉਹਨਾਂ ਦੇ ਯੁੱਗ ਦਾ ਖਾਤਮਾ ਲਗਭਗ ਹੋ ਗਿਆ। ਇੱਕ ਆਖਰੀ ਖਬਰ ਤੁਹਾਡੇ ਨਾਲ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਕਾਂਗਰਸ ਦੀ ਜਿਹੜੀ ਧੜੇਬੰਦੀ ਵਾਲਾ ਉੱਭਰਿਆ ਹੋਇਆ ਦੌਰ ਸੀ, ਉਹ ਕਿਤੇ ਨਾ ਕਿਤੇ ਮੱਠਾ ਪਿਆ ਆ। ਕਿਹਾ ਜਾਂਦਾ ਆ ਕਿ ਜਿਹੜੀ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ, ਜਿਹਨੂੰ ਹਾਈ ਕਮਾਂਡ ਦਾ ਨਾਂ ਦਿੰਦੇ ਆ, ਵੈਸੇ ਹਾਈ ਕਮਾਂਡ ਦੇ ਉੱਥੇ ਹੈਗੀ ਕੋਈ ਨਹੀਂ ਲੱਗਦੀ, ਉਹਨਾਂ ਵੱਲੋਂ ਕੁਛ ਅਖਤਿਆਰ ਕੀਤਾ ਗਿਆ ਰਾ, ਜਿਹਦੇ ਕਰਕੇ ਫਿਲਹਾਲ ਸਾਰੀਆਂ ਲੋਕਾਂ ਨੂੰ ਚੁੱਪ ਕਰਾ ਦਿੱਤਾ ਗਿਆ। ਪਰ ਜਿਹੜੇ ਸਿੱਧੂ ਸਾਹਿਬ ਨੇ, ਨਵਜੋਤ ਸਿੱਧੂ ਹੋਰੀ, ਉਹ ਲਗਾਤਾਰ ਟਵੀਟ ਕਰੀ ਜਾ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹਾਈ ਕਮਾਂਡ ਦੀ ਖਾਸ ਤਰ੍ਹਾਂ ਦੀ ਇੰਸਟਰਕਸ਼ਨਸ ਹੈ ਵੀ ਤੁਸੀਂ ਆਪਣਾ ਕੰਮ ਜਾਰੀ ਰੱਖੋ। ਅਤੇ ਹੁਣ ਉਹਨਾਂ ਨੇ ਜਿਹੜਾ ਕੰਮ ਬਹੁਤ ਪਹਿਲਾਂ ਕਰਨ ਦੀ ਲੋੜ ਸੀਗੀ ਕਿ ਕਿਸਾਨਾਂ ਦੀ ਹਮਾਇਤ ਵਿੱਚ ਕੁਝ ਟਵੀਟ ਕੀਤੇ ਨੇ, ਅਤੇ ਉਹਨਾਂ ਕਿਹਾ ਕਿ ਮੈਂ ਆਪਣੇ ਦੋਨਾਂ ਘਰਾਂ ਅੰਮ੍ਰਿਤਸਰ ਅਤੇ ਪਟਿਆਲੇ ਵਾਲੇ ਘਰ ਦੇ ਉੱਤੇ ਉਹਨਾਂ ਦੀਆਂ ਛੱਤਾਂ ਦੇ ਕਾਲੇ ਝੰਡੇ ਲਹਿਰਾਵਾਂਗਾ 26 ਮਈ ਨੂੰ, ਜਦੋਂ 6 ਮਹੀਨੇ ਹੋਣਗੇ। ਅਤੇ ਇਹ ਕਾਲੇ ਝੰਡੇ ਉਨਾ ਚਿਰ ਲਹਿਰਾਉਂਦੇ ਰਹਿਣਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਤੇ MSP ਜਿਹੜੀ ਆ ਉਹਨੂੰ ਕੇਂਦਰ ਦੀ ਸਰਕਾਰ ਜਿਹੜੀ ਆ ਕਾਨੂੰਨੀ ਦਰਜਾ ਨਹੀਂ ਦਿੰਦੀ। ਇਹ ਗੱਲਾਂ ਜੇ 6 ਮਹੀਨੇ ਪਹਿਲਾਂ ਕਰਦੇ ਤਾਂ ਸ਼ਾਇਦ ਉਹਦਾ ਕੋਈ ਵਜੂਦ ਰਹਿੰਦਾ, ਕੋਈ ਮਤਲਬ ਰਹਿੰਦਾ। ਹੁਣ ਦੀ ਲੜਾਈ ਵਿੱਚ ਆ ਕੇ ਉਹਨਾਂ ਦਾ ਇਸ ਤਰ੍ਹਾਂ ਕਹਿਣਾ, ਜਿਹੜੀ ਕਿ ਉਹਨਾਂ ਦੀ ਆਪਣੀ ਰਾਜਸੀ ਤਾਕਤ ਤੇ ਹੋਣ ਦੀ ਲੜਾਈ ਆ, ਉਹ ਕਿੰਨਾ ਕੁ ਅਸਰ ਕਰੇਗੀ ਜੀ ਇਸ ਚੀਜ਼? ਦੇਖੋ, ਉਹਦੇ 'ਚ ਇੱਕ ਗੱਲ ਤਾਂ ਸਾਫ਼ ਹੋ ਗਈ ਆ ਪਿਛਲੇ 2-3 ਦਿਨ ਤੋਂ। ਨਵਜੋਤ ਸਿੰਘ ਸਿੱਧੂ ਦੀ ਗੱਲ ਜੇ ਆਪਾਂ ਕਰੀਏ, ਇਹ ਤਾਂ ਚਲੋ ਕਾਲੇ ਝੰਡੇ ਵਾਲੀ ਜਿਹੜੀ ਗੱਲ ਹੈ ਤਾਂ ਅਸੀਂ ਇਹ 'ਤੇ ਕਾਫੀ ਗੱਲ ਕਰ ਚੁੱਕੇ ਹਾਂ। ਕਿਸਾਨ ਅੰਦੋਲਨ ਦੀ ਜਿਹੜੀ ਜਿਸ ਤਰ੍ਹਾਂ ਦੀ ਉਤਪਤੀ ਹੋਈ, ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ, ਜਿਸ ਸਿਖਰ ਤੇ ਪਹੁੰਚ ਗਿਆ, ਉਹਦੇ ਜਿਹੜੀਆਂ ਸਿਆਸੀ ਧਿਰਾਂ ਆ, ਸਪੈਸ਼ਲੀ ਉਹ ਧਿਰਾਂ ਜਿਹੜੀਆਂ ਸ਼ਾਇਦ ਸਟੇਟ ਦਾ ਪਾਰਟ ਵੀ ਨੇ, ਪਰ ਫਿਰ ਵੀ ਕਈ ਵਾਰੀ ਦਿਖਾਉਂਦੀਆਂ ਨੇ ਵੀ ਅਸੀਂ ਜ਼ਿਆਦਾ ਕਿਸਾਨਾਂ ਦੇ ਹਿਤੈਸ਼ੀ ਹੈਗੇ ਹਾਂ। ਜੇ ਸਮਾਂ ਰਹਿੰਦਿਆਂ ਉਹਨਾਂ ਨੇ ਕੋਈ ਸਹੀ ਸਟੈਪ ਚੱਕੇ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਸਿਚੁਏਸ਼ਨ ਬਿਲਕੁਲ ਵੱਖਰੀ ਹੋਣੀ ਸੀ। ਜੇ ਉਹ ਇੱਕ ਮੰਤਰੀ ਦਾ ਉਹਦਾ ਤਿਆਗ ਸਕਦੇ ਆ ਤਾਂ ਉਹ ਜੇ MLA-ਸ਼ਿਪ ਵੀ ਛੱਡ ਦਿੰਦੇ ਤੇ ਆਪਣੀ ਇੱਕ ਪੋਲੀਟਿਕਸ ਜਿਹੜੀ ਆ ਬੇਲਾਗ ਹੋ ਕੇ ਉਹ ਕਰਦੇ, ਭਾਵੇਂ ਕਿਸਾਨ ਅੰਦੋਲਨ ਦਾ ਹਿੱਸਾ ਤਾਂ ਉਸ ਰੂਪ 'ਚ ਉਹਨੇ ਨਹੀਂ ਸੀ ਬਣਨਾ, ਪਰ ਫਿਰ ਵੀ ਉਹ ਪੈਰਲਲ ਇੱਕ ਪੋਲੀਟਿਕਸ ਜੇ ਪੰਜਾਬ 'ਚ ਕਰਨਾ ਚਾਹੁੰਦੇ ਤਾਂ ਸ਼ਾਇਦ ਅੱਜ ਸਥਿਤੀ ਹੋਰ ਹੁੰਦੀ। ਪਰ ਉਹਨਾਂ ਦੀ ਸਥਿਤੀ ਇਹ ਹੈ ਕਿ ਉਹਨਾਂ ਨੇ ਪਰਸੋਂ ਚੌਥ ਕਹਿਤਾ, ਟਵੀਟ ਤੇ ਕਿਹਾ ਵੀ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ ਤੇ ਵਫਾਦਾਰ ਰਹੂੰਗਾ। ਜਦੋਂ ਤੁਸੀਂ ਪਰਿਵਾਰਾਂ ਦੇ ਵਫਾਦਾਰ ਹੋ ਜਾਂਦੇ ਹੋ, ਫਿਰ ਤੁਸੀਂ ਕਿਹੜੀ ਅਲਟਰਨੇਟ ਪੋਲੀਟਿਕਸ ਦੀ ਜਿਹੜੀ ਕੋਈ ਕਿਸੇ ਤੋਂ ਸੰਭਾਵਨਾ ਲੱਭਦੇ ਹੋ ਜਾਂ ਦੇਖਦੇ ਹੋ? ਇਹ ਮੈਂ ਨਹੀਂ ਕਹਿ ਰਿਹਾ, ਉਹਨੇ ਖੁਦ ਕਿਹਾ ਵੀ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ ਤੇ ਵਫਾਦਾਰ ਰਵਾਂਗਾ। ਵਫਾਦਾਰ ਲਫ਼ਜ਼ ਦੇ ਮਾਇਨੇ ਕਈ ਹੁੰਦੇ ਆ। ਪੰਜਾਬੀ ਦੀ ਕਹਾਵਤ 'ਚ ਵਫਾਦਾਰ ਜਿਹੜਾ ਆ ਉਹ ਤੁਹਾਨੂੰ ਜ਼ਿਆਦਾ ਪਤਾ, ਮੈਂ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਜੀ। ਬਿਲਕੁਲ। ਔਰ ਕਾਂਗਰਸ ਦੇ ਨਾਲ ਪੰਜਾਬੀਆਂ ਦਾ ਜਿਹੜਾ ਵਿਹਾਰ ਪਿਛਲਾ ਰਿਹਾ ਆ ਉਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਸਾਨੂੰ ਉਹਨਾਂ ਦੀ ਵਫਾਦਾਰੀ ਦੀ ਜਾਂ ਕਾਂਗਰਸ ਹਾਈ ਕਮਾਂਡ ਦੇ 2-4 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਵੀ ਲਾਇਲਟੀ ਜਾਂ ਇਸ ਤਰ੍ਹਾਂ ਦੀ ਕਰਨੀ ਪੰਜਾਬੀਆਂ ਨੂੰ ਘੱਟੋ ਘੱਟ ਜਿਹੜੀ ਆ ਉਹ ਗੱਲ ਸੂਟ ਨਹੀਂ ਕਰਦੀ। ਇਹ ਬਿਲਕੁਲ ਤੁਸੀਂ ਠੀਕ ਕਿਹਾ। ਸੋ ਅੱਜ ਦੇ ਪ੍ਰੋਗਰਾਮ 'ਚ ਨਹੀਂ ਕਾਫੀ ਆ। ਮੈਂ ਇੱਕ ਲਾਸਟ ਗੱਲ ਕਰਨੀ ਸੀ। ਚਲੋ ਇਹ ਤਾਂ ਨਵਜੋਤ ਸਿੰਘ ਲਾਸਟ ਗੱਲ ਇਹ ਕਰਨੀ ਹੈ, ਮੈਂ ਜਿਹੜੀ ਮੌਜੂਦਾ ਪੋਲੀਟਿਕਸ ਹੈ ਕਾਂਗਰਸ ਦੀ, ਉਹਦੇ 'ਚ ਇੱਕ ਨਵਾਂ ਜਿਹੜੀ ਗੱਲ ਆਈ ਆ ਉਹ ਇਹ ਆਈ ਆ, ਪ੍ਰਗਟ ਸਿੰਘ ਹੋਰਾਂ ਦੇ ਘਰ ਕੱਲ ਇੱਕ ਮੀਟਿੰਗ ਹੋਈ ਹੈ, ਹਾਂਜੀ, ਜਿਸ 'ਚ ਸੁਰਿੰਦਰ ਰੰਧਾਵਾ ਵੀ ਗਏ ਆ ਤੇ ਚਰਨਜੀਤ ਚੰਨੀ ਵੀ ਗਏ ਆ। ਤੇ ਪ੍ਰਗਟ ਸਿੰਘ ਹੋਰੀ ਜਦੋਂ ਬਾਹਰ ਆਏ ਤੇ ਪ੍ਰੈਸ ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਦੇ 'ਚ ਇੱਕ ਗੱਲ ਉੱਪਰ ਕੇ ਜਿਹੜੀ ਆਈ ਉਹ ਇੰਪੋਰਟੈਂਟ ਹੈ। ਪ੍ਰਗਟ ਸਿੰਘ ਹੋਰੀ ਥੋੜਾ ਬੈਲੈਂਸ ਵੀ ਬੋਲਦੇ ਆ ਤੇ ਉਹ ਨਵਜੋਤ ਸਿੰਘ ਸਿੱਧੂ ਵਾਂਗ ਗਲੇ ਦੇ ਉੱਪਰੋਂ ਨਹੀਂ ਬੋਲਦੇ, ਪਰ ਉਹ ਲੌਜੀਕਲੀ ਗੱਲ ਕਰਦੇ ਆ। ਪ੍ਰਗਟ ਸਿੰਘ ਹੋਰਾਂ ਦਾ ਇੱਕ ਸਿਫਤ ਹੈ, ਬਹੁਤ ਘੱਟ ਮੀਡੀਆ ਕੋ ਆਉਂਦੇ ਆ। ਉਹਨਾਂ ਨੇ ਜਿਹੜੀ ਕੱਲ ਇੱਕ ਗੱਲ ਕਹੀ ਹੈ ਮੀਟਿੰਗ ਤੋਂ ਬਾਅਦ, ਉਹਦੇ 'ਚ ਇਹ ਗੱਲ ਉੱਭਰ ਕੇ ਆਈ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਪੰਜਾਬ ਦੀ ਕਾਂਗਰਸ ਪਾਰਟੀ ਦੀ, ਯਾਨੀ ਕੈਪਟਨ ਅਮਰਿੰਦਰ ਸਿੰਘ ਦੀ, ਜੇ ਉਹਦੀ ਅਗਵਾਈ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਲੜੀ ਜਾਊਗੀ ਤਾਂ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ। ਇਹ ਗੱਲ ਉਹਨੇ ਕਹੀ ਹੈ। ਇਹਦਾ ਮਤਲਬ ਹੈ ਕਿ ਲੀਡਰਸ਼ਿਪ ਦੀ ਤਬਦੀਲੀ ਜਿਹੜੀ ਆ ਪੰਜਾਬ ਦੇ ਵਿੱਚ, ਉਹਦੇ ਲਈ ਜ਼ੋਰ ਅਜ਼ਮਾਇਸ਼ ਹੋ ਰਹੀ ਹੈ। ਔਰ ਉਹ ਲੀਡਰਸ਼ਿਪ ਪੈਰਲਲ ਕਿਹੜੀ ਹੋਏਗੀ ਇਹਦੇ ਬਾਰੇ ਮੈਂ ਕੁਝ ਨਹੀਂ ਕਰ ਸਕਦਾ, ਕਿਉਂਕਿ ਜਿਹੜੀ ਲੀਡਰਸ਼ਿਪ ਦਿਖਾਈ ਦੇ ਰਹੀ ਆ ਉਹਦੇ 'ਚ ਜਿਹੜੇ ਚਿਹਰੇ ਬੜੇ ਆ, ਪਰ ਉਹਨਾਂ 'ਚ ਆਪਣੇ ਆਪ ਦੇ ਵਿੱਚ ਇੱਕ ਸੁਰਤਾ ਨਹੀਂ ਹੈ ਕਈ ਮਾਮਲਿਆਂ ਦੇ ਉੱਤੇ। ਸੋ ਇਹ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਹਾਈ ਕਮਾਂਡ ਦਾ ਜਿਹੜਾ ਦਖਲ ਹੈ, ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ, ਉਹ ਕਿੱਦਾਂ ਆ ਕੇ ਸਾਰਿਆਂ ਨੂੰ 1-to-1 ਮੀਟਿੰਗ ਕਰਦੇ ਆ ਕਾਂਗਰਸੀ ਵਿਧਾਇਕਾਂ ਦੇ ਨਾਲ, ਉੱਥੇ ਗੱਲ ਕਿੱਦਾਂ ਉੱਭਰਦੀ ਹੈ, ਕੈਪਟਨ ਦੇ ਖਿਲਾਫ ਕਿਹੜੀ ਲੀਡਰਸ਼ਿਪ ਬਦਲਵੀਂ ਹੋ ਸਕਦੀ ਹੈ,
ਇਹ ਕੁਝ ਗੱਲਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣ ਵਾਲੀਆਂ, ਪਰ ਇਹਦੇ ਤੇ ਜ਼ੋਰ ਲੱਗਣ ਵਾਲਾ ਹੈ ਵੀ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ 'ਚ ਅਗਲੀ ਇਲੈਕਸ਼ਨ ਨਾ ਲੜੀ ਜਾਏ। ਫਿਰ ਕਿਹਦੀ ਅਗਵਾਈ 'ਚ ਲੜੀ ਜਾਏ, ਉਹ ਚਿਹਰੇ ਕਿਹੜੇ ਹੋਣਗੇ, ਉਹ ਸ਼ਾਇਦ ਆਉਣ ਵਾਲੇ ਦਿਨਾਂ 'ਚ ਬਹੁਤੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਤੇ ਕੀ ਇਹ ਪੋਲਿਟਿਕਸ ਜਿਹੜੀ ਹੈ, ਕਤਾਰਬੰਦੀ ਜਿਹੜੀ ਹੈ, ਉਹਦੇ 'ਚ ਹਾਈ ਕਮਾਂਡ ਤੇ ਪ੍ਰੈਸ਼ਰ ਪਾ ਕੇ ਤੁਸੀਂ ਉਹ 'ਚ ਸਫਲ ਹੋ ਸਕਦੇ ਹੋ ਜਾਂ ਨਹੀਂ, ਇਹ ਵੀ ਭਵਿੱਖ ਦੇ ਗਰਭ ਦੇ ਵਿੱਚ ਹੈ ਜੀ। ਦਸਾਂਝ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਕਾਫੀ ਸਮਾਂ ਹੋ ਗਿਆ ਔਰ 26 ਤਰੀਕ ਦਾ ਸਭ ਨੂੰ ਇੰਤਜ਼ਾਰ ਹੈ ਕਿ 26 ਮਈ ਤੋਂ ਬਾਅਦ ਜਿਹੜਾ ਆ ਉਹ ਕਿਸਾਨ ਮੂਵਮੈਂਟ ਕੀ ਰੁਖ ਅਖਤਿਆਰ ਕਰਦੀ ਆ, ਉਹਦੇ ਤੇ ਕਾਫੀ ਚੀਜ਼ਾਂ ਦਾ ਦਾਰੋਮਦਾਰ ਹੋਏਗਾ। ਉਹਦੇ ਤੇ ਫਿਰ ਆਉਣ ਵਾਲੀ ਇਲੈਕਸ਼ਨ ਦੇ ਜਿਹੜੇ ਮਾਪਦੰਡ ਨੇ ਉਹ ਵੀ ਤੈਅ ਹੋਣਗੇ। ਸੋ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਕਿਸਾਨ ਅੰਦੋਲਨ ਆ ਉਹ ਆਉਣ ਵਾਲੀ ਜਿਹੜੀ ਘੱਟੋ ਘੱਟ ਪੰਜਾਬ ਦੀ ਇਲੈਕਸ਼ਨ ਹੈ ਬਹੁਤ ਨੇੜੇ, ਉਹਦੇ ਤੇ ਬਹੁਤ ਪੂਰੀ ਤਰ੍ਹਾਂ ਅਸਰਅੰਦਾਜ਼ ਹੋਏਗਾ ਔਰ ਕੌਣ ਲੋਕ ਨੇ ਜਿਹੜੇ ਕਿਸਾਨਾਂ ਦੇ ਮਨਾਂ ਨੂੰ ਜਿੱਤ ਸਕਣਗੇ, ਉਹੀ ਆਉਣ ਵਾਲੇ ਦਿਨਾਂ 'ਚ ਭਾਵੇਂ ਅੱਜ ਜਿੰਨੇ ਮਰਜ਼ੀ ਡੇਰੇ ਤੁਰੇ ਫਿਰਨ, ਪੰਜਾਬ ਦੇ ਕਿਸਾਨਾਂ ਦਾ ਜਿਹੜਾ ਵੋਟ ਬੈਂਕ ਆ ਉਹਨੂੰ ਇਗਨੋਰ ਕਰਕੇ ਕੋਈ ਵੀ ਰਾਜਨੀਤਿਕ ਧਿਰ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕੇਗੀ। ਸੋ ਇਹਨਾਂ ਸ਼ਬਦਾਂ ਨਾਲ ਹੀ ਮੇਰੇ ਖਿਆਲ ਆਪਾਂ ਅੱਜ ਦਾ ਪ੍ਰੋਗਰਾਮ ਕਰਦੇ ਹਾਂ ਜੀ ਸਮਾਪਤ, ਤੇ ਕੱਲ੍ਹ ਨੂੰ ਫੇਰ ਦੁਬਾਰਾ ਮਿਲਦੇ ਹਾਂ। ਆਪਣੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਦਸਾਂਝ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਸ਼ੁਕਰੀਆ। ਰਿਕਾਰਡ हो गया बंद, मैं